ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਦੋ ਜਥੇਬੰਦੀਆਂ ਵੱਲੋਂ ਬਿਹਤਰ ਤਾਲਮੇਲ ਕਮੇਟੀ ਬਣਾ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਏਕਤਾ ਉਗਰਾਹਾਂ ਦੋਨਾਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਜਿਹੜੇ ਕਾਨੂੰਨ ਨੇ ਖੇਤੀਬਾੜੀ ਕਾਨੂੰਨ ਇਹਨਾਂ ਨੂੰ ਰੱਦ ਕਰਾਉਣ ਦੀ ਖਾਤਰ, ਬਿਜਲੀ ਬਿੱਲ 2020 ਇਹ ਖਤਮ ਕਰਾਉਣ ਦੀ ਖਾਤਰ ਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਾਉਣ ਦੀ ਖਾਤਰ, MSP ਸਰਕਾਰੀ ਖਰੀਦ ਤੇ PDS ਨੂੰ ਦਾ ਲੀਗਲੀ ਪ੍ਰੋਵੀਜ਼ਨ ਲੈਣ ਦੀ ਖਾਤਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ। ਕਈ ਗੱਲਾਂ ਦੇ ਦੌਰ ਚੱਲੇ ਨੇ, ਗੱਲ ਦਾ ਕੋਈ ਛਿੱਟਾ ਨਹੀਂ ਨਿਕਲਿਆ ਤੇ ਜਥੇਬੰਦੀਆਂ ਸਾਰੀਆਂ ਦੇ ਸਾਰੀਆਂ ਸੰਘਰਸ਼ ਕਰ ਰਹੀਆਂ ਨੇ, ਸਾਰੀਆਂ ਮੈਦਾਨ 'ਚ ਨੇ। ਆਪਣੇ ਆਪਣੇ ਤਰੀਕੇ ਨਾਲ ਘੱਟੋ ਘੱਟ ਇਸ ਗੱਲ 'ਤੇ ਸਹਿਮਤ ਨੇ ਕਿ ਕਾਨੂੰਨ ਰੱਦ ਕਰਾਉਣ ਦੇ ਖਾਤਰ ਪੰਜਾਬ ਦੀਆਂ ਵੀ ਸਾਰੀਆਂ ਜਥੇਬੰਦੀਆਂ, ਦੂਜੀਆਂ ਸਟੇਟਾਂ ਦੀਆਂ ਵੀ ਸਾਰੀਆਂ ਜਥੇਬੰਦੀਆਂ ਫੀਲਡ 'ਚ ਨੇ। ਲੜਨ ਦੇ ਤਰੀਕਾਕਾਰ ਦੇ ਵਿੱਚ ਫਰਕ ਹੋ ਸਕਦਾ, ਐਕਸ਼ਨ ਪਲਾਨਾਂ 'ਚ ਫਰਕ ਹੋ ਸਕਦਾ, ਪਰ ਸਾਰੇ ਚੋਟ ਨਿਸ਼ਾਨੇ 'ਤੇ ਇੱਕੋ ਗੱਲ ਕਿ ਜਿੰਨਾ ਚਿਰ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਸਾਰੇ ਵਾਪਸ ਨਹੀਂ ਹੁੰਦੇ, ਉਨਾ ਚਿਰ ਤੱਕ ਸੰਘਰਸ਼ ਕਰਨ ਦਾ ਸਾਡਾ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਹੈ। ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਪਹਿਲਾਂ ਵੀ ਸਾਡਾ ਤਾਲਮੇਲ ਚੱਲਿਆ, ਦੂਜੀਆਂ 30-32 ਕਿਸਾਨ ਜਥੇਬੰਦੀਆਂ ਨਾਲ ਵੀ ਸਾਡਾ ਤਾਲਮੇਲ ਦਾ ਰਿਹਾ ਪਹਿਲਾਂ ਵੀ, ਤੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਵੀ ਜਦੋਂ ਕੋਈ ਐਕਸ਼ਨ ਪਲਾਨ ਕਰਦੀਆਂ ਨੇ ਉਹਨਾਂ ਨਾਲ ਵੀ ਅਸੀਂ ਤਾਲਮੇਲ ਐਕਸ਼ਨ ਕਰਦੇ ਰਹੇ ਹਾਂ। ਅੱਗੇ ਵੀ ਅਸੀਂ ਇਕਜੁੱਟਤਾ ਦਿਖਾਉਣ ਦੀ ਖਾਤਰ ਜਿਹੜਾ ਵੀ ਐਕਸ਼ਨ ਪਲਾਨ ਕੋਈ ਹੁੰਦਾ ਉਹਦੇ 'ਤੇ ਉਹਨੂੰ ਵੀ ਕਰ ਦਿੰਦੇ ਹਾਂ ਤੇ ਉਹਦੇ ਨਾਲ ਜੁੜਵਾਂ ਤਾਲਮੇਲ ਵੀ ਕਰਦੇ ਰਹਾਂ। ਤੇ ਜਿੰਨਾ ਚਿਰ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਤੱਕ ਇਹ ਸੰਘਰਸ਼ ਜਾਰੀ ਰਹੂ। ਪੰਧੇਰ ਸਰਬਣ ਸਿੰਘ ਪੰਧੇਰ ਇਹਨਾਂ ਨੇ ਬੋਲਣਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ, ਜਨਰਲ ਸੈਕਟਰੀ। ਹਾਂਜੀ, ਅੱਜ ਅਸੀਂ ਭਾਰਤੀ ਕਿਸਾਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੀ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਜਿਹੜਾ ਇਹ 3 ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲ ਰਿਹਾ ਦੇਸ਼ ਪੱਧਰ 'ਤੇ, ਪੰਜਾਬ ਪੱਧਰ 'ਤੇ, ਆਪਾਂ ਸਾਰੇ ਅੰਦੋਲਨਾਂ ਦੇ ਵਿੱਚ ਤਾਲਮੇਲਵਾਂ ਕਰਦੇ ਰਹੇ ਹਾਂ। ਬਹੁਤ ਵਾਰੀ ਅਸੀਂ ਐਕਸ਼ਨ ਲਿਖੇ ਆ, ਉਹਨਾਂ ਦਾ ਸਮਰਥਨ ਆਉਂਦਾ ਰਿਹਾ। ਬਹੁਤ ਵਾਰੀ ਦੂਸਰੇ ਭਰਾਵਾਂ ਨੇ ਸਾਡਿਆਂ ਨੇ ਲਿਖੇ ਆ, ਅਸੀਂ ਉਹਨਾਂ ਦਾ ਸਮਰਥਨ ਕਰਦੇ ਰਹੇ ਹਾਂ। ਅਤੇ ਕਾਲ ਕਿਹੜਾ ਕਰਦਾ ਇਹ ਮਹੱਤਵ ਨਹੀਂ ਰੱਖਦੇ ਰਹੇ। ਖੇਤੀ ਕਾਨੂੰਨਾਂ ਦੇ ਵਿਰੁੱਧ ਕਿਵੇਂ ਭਾਰਤ ਦੀ ਸਰਕਾਰ 'ਤੇ ਦਬਾਅ ਬਣਾਇਆ ਜਾਵੇ, ਇਹ ਗੱਲਾਂ ਮਹੱਤਵ ਰਹੀਆਂ ਸਾਡੀਆਂ। ਅਤੇ ਅਸੀਂ ਜਿਹੜਾ ਕੋਈ ਕਾਲ ਆਉਂਦੀ ਰਹੀ ਆ ਉਹਦੇ 'ਚ ਵੱਧ ਚੜ੍ਹ ਕੇ ਆਪਣੀ ਸਮਰੱਥਾ ਮੁਤਾਬਕ ਜ਼ੋਰ ਲਾਉਂਦੇ ਰਹੇ ਹਾਂ। ਅੱਜ ਜਿਵੇਂ ਹੁਣ ਦਿੱਲੀ ਦਾ ਘਿਰਾਓ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਆਪਦੀਆਂ ਸਮਰੱਥਾ ਮੁਤਾਬਕ ਕਰ ਰਹੀਆਂ ਅਤੇ ਇਹ ਅੰਦੋਲਨ ਚੱਲ ਰਿਹਾ ਵਾ। ਔਰ ਜਿਵੇਂ ਅੰਦੋਲਨ ਆਪਣੇ ਪਿੱਕ 'ਤੇ ਜਾ ਰਿਹਾ ਵਾ ਅਤੇ ਮੋਦੀ ਸਰਕਾਰ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਹਮਲਾਵਰ ਹੁੰਦੀ ਆ। ਹੁਣ ਵੀ ਮੇਰੇ ਖਿਆਲ ਭਾਰਤ ਸਰਕਾਰ ਦੇ ਸਾਰੇ ਮੰਤਰੀਆਂ ਦਾ, ਉਹਨਾਂ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਸ ਵੇਲੇ ਕਿਸਾਨ ਅੰਦੋਲਨ ਦੇ ਖਿਲਾਫ ਪ੍ਰਚਾਰ 'ਤੇ। ਅਤੇ ਇਹ ਸਾਨੂੰ ਲੱਗਦਾ ਹੈ ਘੋਲ ਲਮਕੂਗਾ ਅਤੇ ਲੰਬਾ ਚੱਲੂਗਾ। ਸ਼ਾਇਦ ਸਰਕਾਰ ਨੂੰ ਲੱਗਦਾ ਵੀ ਘੋਲ ਲੰਬਾ ਚੱਲੇ, ਲਮਕੇ ਤਾਂ ਉਹ ਕੁਛ ਸ਼ਰਾਰਤੀ ਅਨਸਰ ਘੋਲ 'ਚ ਵਾੜ ਕੇ ਜਾਂ ਕੋਈ ਅਜਿਹੀ ਘਟਨਾ ਆਪਣੇ ਵੱਲੋਂ ਕਰਵਾ ਕੇ ਇਸ ਘੋਲ ਨੂੰ ਬਦਨਾਮ ਕਰਕੇ ਸ਼ਾਇਦ ਉਹ ਸਫਲ ਹੋ ਜਾਣਗੇ। ਇਹ ਸੰਭਵ ਨਹੀਂ ਹੈਗਾ। ਇੱਕ ਬੰਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਵੀ ਸਾਡੇ ਦਰਵਾਜ਼ੇ ਖੁੱਲ੍ਹੇ ਆ ਗੱਲਬਾਤ ਦੇ, ਅਸੀਂ ਕਿਸਾਨਾਂ ਵਾਸਤੇ ਟਾਈਮ ਕੱਢਣ ਨੂੰ ਤਿਆਰ ਹਾਂ। ਅਜੇ ਤੱਕ ਸਵੈਮ ਪ੍ਰਧਾਨ ਮੰਤਰੀ ਜੀ ਨੇ ਕਦੇ ਵੀ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦ ਕੇ ਮੀਟਿੰਗ ਨਹੀਂ ਲਈ। ਅਜਿਹੇ ਵਿੱਚ ਜਦੋਂ ਭਾਰਤ ਸਰਕਾਰ ਦੇ ਮੰਤਰੀ ਜਾਂ ਪ੍ਰਧਾਨ ਮੰਤਰੀ ਜੀ ਇਹ ਕਹਿਣ ਵੀ ਖੇਤੀ ਦੇ 3 ਕਾਨੂੰਨ ਤਾਂ ਵਾਪਸ ਨਹੀਂ ਲਏ ਜਾ ਸਕਦੇ, ਅਤੇ ਜਦੋਂ ਉਹ ਗੱਲ ਕਹਿੰਦੇ ਆ ਵੀ ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ, ਅਤੇ ਜਦੋਂ ਉਹਨਾਂ ਦੀ ਇਹ ਟਿੱਪਣੀ ਆ ਜਾਂਦੀ ਵੀ ਖੇਤੀ ਕਾਨੂੰਨ ਵਾਪਸ ਨਹੀਂ ਲੈਣੇ, ਅਤੇ ਗੱਲਬਾਤ ਦੇ ਦਰਵਾਜ਼ੇ ਵੀ ਉਹ ਖੁਦ ਬੰਦ ਕਰ ਦਿੰਦੇ ਨੇ। ਅਤੇ ਗੱਲਬਾਤ ਤੋਂ ਪਹਿਲਾਂ ਗੱਲਬਾਤ ਦਾ ਸਾਰਥਕ ਮਾਹੌਲ ਹੋਣਾ ਬਹੁਤ ਜ਼ਰੂਰੀ ਹੁੰਦਾ। ਸੋ ਅਸੀਂ
ਤੋਂ ਇਹੀ ਆਸ ਰੱਖਾਂਗੇ ਪ੍ਰਧਾਨ ਮੰਤਰੀ ਜੀ ਖੁੱਲ੍ਹੇ ਦਿਲ ਨਾਲ ਅੱਗੇ ਆਉਣ ਤੇ ਉਹ ਕਿਸਾਨਾਂ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਖੇਤੀ ਦੇ 3 ਕਾਨੂੰਨ ਵਾਪਸ ਲੈਣ ਤਾਂ ਜੋ ਇਹ ਜਿਹੜਾ ਸਾਰਾ ਇਸ ਵੇਲੇ ਖੜਾ ਕ੍ਰਾਈਸਿਸ ਆ ਉਹ ਖਤਮ ਹੋ ਸਕੇ। ਧੰਨਵਾਦ। ਕੋਈ ਸਵਾਲ? ਗੁਲਾਮ ਸਾਹਿਬ, ਜਿਹੜੀਆਂ ਅੱਜ ਦੀਆਂ ਟਿੱਪਣੀਆਂ ਨੇ ਸੁਪਰੀਮ ਕੋਰਟ ਦੀਆਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੂੰ ਲੈ ਕੇ ਕੀ ਪਲਾਨ ਹੈ ਅੱਗੇ? ਜਿਵੇਂ ਉਹ ਅੱਜ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਸੈਂਟਰ ਪੋਸੀਬਿਲਿਟੀ ਲੱਭੇ, ਇਸ ਗੱਲ ਦੀ ਸੰਭਾਵਨਾ ਲੱਭੇ ਕਿ ਜਿਹੜੇ ਕਾਨੂੰਨ ਆ ਉਹਨਾਂ ਨੂੰ ਇੱਕ ਵਾਰੀ ਹੋਲਡ ਤੇ ਪਾ ਦਿੱਤਾ। ਜੇ ਇਸ ਤਰ੍ਹਾਂ ਦੀ ਕੋਈ ਤੁਹਾਡੇ ਤੱਕ ਅਪਰੋਚ ਕਰਦੀ ਹੈ ਸੈਂਟਰ ਗਵਰਨਮੈਂਟ ਵੀ ਅਸੀਂ ਇਹਨੂੰ ਹੋਲਡ ਤੇ ਪਾ ਦਿੰਦੇ ਹਾਂ, ਤਾਂ ਫਿਰ ਤੁਸੀਂ ਸੰਘਰਸ਼ ਰੋਕ ਦੋਗੇ ਜਾਂ ਵਾਪਸ ਜਾਣ ਤੱਕ ਹੀ ਜਾਵੇ? ਦੇਖੋ, ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਅੱਜ ਜਾਂ ਪਹਿਲਾਂ ਵੀ ਆਈ ਸੀ, ਯਾਨੀ ਕੱਲ੍ਹ ਵੀ ਆਈ ਸੀ ਵੀ ਇੱਕ ਕਮੇਟੀ ਬਣਾ ਦਈਏ, ਬਣਾ ਕੇ ਉਹਦੀ ਸਰਕਾਰ ਉਹਦਾ ਕੋਈ ਹੱਲ ਕੱਢੇ। ਇਹ ਪ੍ਰਪੋਜ਼ਲ ਆਲਰੇਡੀ ਸਰਕਾਰ ਵੱਲੋਂ ਵੀ ਆਈ ਸੀ। ਉਹਨਾਂ ਨੇ ਵੀ ਕਿਹਾ ਸੀ ਵੀ ਇੱਕ ਛੋਟੀ ਕਮੇਟੀ ਬਣਾ ਲਈਏ ਤੇ ਛੋਟੀ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕੱਢ ਲਏ। ਇਹ 'ਤੇ ਕਾਫੀ ਲੰਮਾ ਸਮਾਂ ਚਰਚਾ ਹੋਈ ਹੈ। 3 ਤਰੀਕ ਵਾਲੇ ਦਿਨ ਵੀ ਹੋਈ ਹੈ, 1 ਤਰੀਕ ਵਾਲੇ ਦਿਨ, ਯਾਨੀ ਇਹ ਦੋਨੇ ਮੀਟਿੰਗਾਂ ਦੇ ਵਿੱਚ ਇਹਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਹੀ ਜਥੇਬੰਦੀਆਂ ਨੇ ਰੱਦ ਕਰਤਾ ਕਿ ਜਿਹੜੀ ਛੋਟੀ ਕਮੇਟੀ ਹੈ ਉਹਦੇ ਵਿੱਚ ਨਹੀਂ ਫੈਸਲਾ ਹੋ ਸਕਦਾ, ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਵਿਚਾਰ ਨੇ। ਸਾਰੀਆਂ ਜਥੇਬੰਦੀਆਂ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ, ਕਿਹੜੇ ਮਸਲੇ 'ਤੇ ਕੌਣ ਕੀ ਸੋਚਦਾ ਹੈ। ਇਸ ਕਰਕੇ ਜਿਹੜੀ ਛੋਟੀ ਕਮੇਟੀ ਹੈ ਉਹ ਪੋਸੀਬਲ ਨਹੀਂ ਹੋਣੀ ਵੀ ਕੋਈ ਫੈਸਲਾ ਲੈਣ ਦੀ ਸਮਰੱਥਾ ਰੱਖਦੀ ਹੋਵੇ। ਇਸ ਕਰਕੇ ਇਹ ਜਿਹੜੀ ਪ੍ਰਪੋਜ਼ਲ ਹੈ ਇਹ ਸਰਕਾਰ ਦੀ ਤੇ ਜਥੇਬੰਦੀਆਂ ਵਿਚਾਲੇ ਤਾਂ ਪਹਿਲਾਂ ਹੀ ਟੁੱਟ ਚੁੱਕੀ ਹੈ। ਛੋਟੀ ਕਮੇਟੀ, ਜਿਹੜੀ ਛੋਟੀ ਕਮੇਟੀ ਦੀ ਪ੍ਰਪੋਜ਼ਲ ਹੈ। ਜਿਹੜੀ ਦੂਜੀ ਗੱਲ ਹੁਣ ਨਵੀਂ ਅੱਜ ਆਈ ਆ, ਸਟੇ ਲਾਉਣ, ਇਹ ਗੱਲ ਅਜੇ ਸਾਡੇ ਤੱਕ ਪਹੁੰਚੀ ਨਹੀਂ। ਅਸੀਂ ਇਹਦੇ ਬਾਰੇ ਕੁਝ ਪੜ੍ਹਿਆ ਨਹੀਂ, ਅਸੀਂ ਕੁਝ ਜਾਣਕਾਰੀ ਵੀ ਨਹੀਂ ਲਈ, ਆਪਸ ਵਿੱਚ ਵੀ ਨਹੀਂ ਜਾਣੀ ਇਹ 'ਤੇ ਡਿਸਕਸ਼ਨ ਹੋਈ ਸਾਡੀ, ਕਿਉਂਕਿ ਨਵੀਂ ਆਈ ਹੈ ਗੱਲ ਇਹ। ਜਦੋਂ ਇਹਦੇ ਬਾਰੇ ਜਾਣਕਾਰੀ ਹੋ ਅਸੀਂ ਆਪਸ ਵਿੱਚ ਇਹਨਾਂ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਵੀ ਸਾਂਝੀ ਕਰਾਂਗੇ, ਦੂਜੀਆਂ ਜਥੇਬੰਦੀਆਂ ਦੇ ਬਾਰੇ ਕੀ ਸੋਚਦੇ ਨੇ ਅਸੀਂ ਉਹਨਾਂ ਨਾਲ ਵੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਜੋ ਸਾਡਾ ਸਾਂਝਾ ਬਣ ਜੂਗਾ ਅਜੇ ਨਾਲੇ ਉਹ ਪ੍ਰਪੋਜ਼ਲ ਬਾਰੇ ਪੂਰੀ ਜਾਣਕਾਰੀ ਮਿਲ ਜੂ ਸਾਨੂੰ ਵੀ ਕੀ ਜਾਣਕਾਰੀ ਹੈ, ਉਹ ਤੋਂ ਬਾਅਦ ਸੋਚਿਆ ਜੇ ਮਤਲਬ ਤੁਹਾਡੀ ਜਥੇਬੰਦੀ ਹੁਣ ਤੱਕ ਤਾਲਮੇਲ ਮੇ ਐਕਸ਼ਨ ਦੇ ਵਿੱਚ ਹੀ ਰਹੀ ਹੈ। ਸਰ ਮੈਂ ਪੰਧੇਰ ਸਾਹਿਬ ਤੋਂ ਇਹ ਸਵਾਲ ਲੈ ਲੈਣਾ। ਪੰਧੇਰ ਸਾਹਿਬ, ਜੇ ਇਸ ਤਰ੍ਹਾਂ ਦਾ ਪ੍ਰਪੋਜ਼ਲ ਹੈ ਜਿਹੜਾ ਸਟੇ ਵਾਲਾ, ਜੇ ਤੁਹਾਡੀ ਜਥੇਬੰਦੀ ਪਾਰਟੀਕੂਲਰ ਕੀ ਰੁਖ ਹੋਊਗਾ ਉਹਦਾ ਫਿਰ ਇਹਦੇ ਤੇ, ਜੇ ਸਟੇ ਲਾਉਂਦੇ ਆ ਇਹਦੇ ਤੇ ਕੁਝ ਦੇ? ਅਸਲ ਵਿੱਚ ਇਹ ਵੀ ਜਦੋਂ ਕੋਈ ਮਤਲਬ ਲਿਖਤੀ ਉਹਦਾ ਕੁਝ ਆ ਜਾਊਗਾ, ਮੈਨੂੰ ਲੱਗਦਾ ਉਹਨਾਂ ਹਾਲਤਾਂ ਵਿੱਚ ਫਿਰ ਇਹਦੇ 'ਤੇ ਕੁਝ ਬੋਲਣਾ ਸਹੀ ਰਹੂਗਾ। ਹਾਲੇ ਮੇਰੇ ਖਿਆਲ ਸਹੀ ਨਹੀਂ ਰਹੂਗਾ ਆਪਾਂ ਇਹਦੇ 'ਤੇ ਕੁਝ ਇਸ ਵੇਲੇ ਕੁਝ ਗੱਲ ਕਹਿੰਦੇ ਹਾਂ ਤੇ ਅਜੇ, ਕਿਉਂਕਿ ਪੂਰਾ ਨਹੀਂ ਪਤਾ ਵੀ ਕੀ ਅਸਲ ਕਿਹਾ ਕੀ ਜਾ ਰਿਹਾ, ਥੋੜ੍ਹੇ ਥੋੜ੍ਹੀ ਪਤਾ ਲੱਗ ਰਿਹਾ ਇਹ ਗੱਲਾਂ ਦਾ। ਤਾਂ ਜਦੋਂ ਗੱਲ ਸਾਹਮਣੇ ਆਊਗੀ ਫਿਰ ਹੋਣਾ ਤਾਂ ਚਾਹੀਦਾ ਸਾਰੇ ਸਾਂਝੇ ਕੰਸੈਂਸਸ ਬਣਾਈਏ। ਵਿਅਕਤੀਗਤ ਕੋਈ ਜਥੇਬੰਦੀ ਯਤਨ ਇਹ ਰਹੇਗਾ ਕਿ ਨਾ ਕੋਈ ਕੀਤਾ ਜਾਵੇ ਤੇ ਸੰਭਾਵਨਾ ਸਾਰੀਆਂ ਚੀਜ਼ਾਂ ਦੇ ਵੀ ਸਾਰੇ ਸਾਂਝਾ ਹੀ ਕੋਈ ਇਹਦੇ 'ਤੇ ਕੋਈ ਨਾ ਕੋਈ ਰੁੱਖ ਤਿਆਰ ਕੀਤਾ ਜਾਵੇ। ਪਰ ਜੇ ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਆਉਂਦਾ ਹੈ ਜੀ, ਕਿਉਂਕਿ ਹੁਣ ਅਸੀਂ ਬਾਹਰ ਦੇਖ ਰਹੇ ਹਾਂ ਬੜੇ ਜਿਟਵੇ ਸਾਹਿਬ ਬੜੀ ਵੱਡੀ ਉਮਰ ਦੇ ਬਜ਼ੁਰਗ ਨੇ, ਬੀਬੀਆਂ ਨੇ, ਹੈ ਨਾ, ਆਉਣ ਵਾਲੇ ਦਿਨਾਂ 'ਚ ਠੰਡ ਬਹੁਤ ਵੱਧ ਜਾਣੀ ਹੈ। ਤੇ ਜੇ ਇਸ ਤਰ੍ਹਾਂ ਦਾ ਕੋਈ ਸਟੇ ਵਾਲਾ ਪ੍ਰਪੋਜ਼ਲ ਆਉਂਦਾ ਹੈ ਤਾਂ ਉਹਦੇ 'ਤੇ ਤੁਸੀਂ ਪੋਜ਼ੀਟਿਵ ਰਿਸਪੌਂਸ ਦਿਓਗੇ? ਦੇਖੋ, ਜਿਹੜਾ ਜਦੋਂ ਕੋਰਟ ਦਾ ਕੱਲ੍ਹ ਸੀਗਾ ਉਹਨਾਂ ਨੇ ਸੁਝਾਅ ਭੇਜਿਆ ਵੀ ਛੋਟੀ ਕਮੇਟੀ ਦਾ ਸੁਝਾਅ ਹੈ ਜੀ। ਅੱਜ ਉਹਨਾਂ ਨੇ ਤਿੰਨਾਂ ਨੂੰ ਸੱਦਿਆ, ਪੰਜਾਬ ਸਰਕਾਰ ਨੂੰ ਸੱਦਿਆ, ਹਰਿਆਣਾ ਸਰਕਾਰ ਨੂੰ ਸੱਦਿਆ, ਸੈਂਟਰ ਨੂੰ ਸੱਦਿਆ। ਉੱਥੇ ਉਹ ਬਹਿਸਬਾੜੀ ਹੋ ਕੇ ਕਿਹੜੀ ਸੈਂਸ ਦੇ ਵਿੱਚ ਕੋਰਟ ਨੇ ਕੋਈ ਫੈਸਲਾ ਕੀਤਾ ਹੈ ਉਹਦਾ ਜਿਹੜਾ ਵੀ ਫੈਸਲਾ ਹੈ, ਕਿਉਂਕਿ ਨੈੱਟ 'ਤੇ ਚੜ੍ਹਨਾ ਹੈ, ਉਹਨਾਂ ਨੂੰ ਅਸੀਂ ਵਿਚਾਰਾਂਗੇ, ਜਥੇਬੰਦੀ ਦੇ ਤੌਰ 'ਤੇ ਵੀ ਵਿਚਾਰਾਂਗੇ, ਦੂਜੀਆਂ ਜਥੇਬੰਦੀਆਂ ਨਾਲ ਵੀ ਸਾਂਝਾ ਕਰਾਂਗੇ। ਉਸ ਤੋਂ ਬਾਅਦ ਕੋਈ ਉਹਦੇ ਬਾਰੇ ਕੋਈ ਫਾਈਨਲ ਗੱਲ ਕਹਿ ਸਕਾਂਗੇ ਅਸੀਂ। ਠੀਕ ਹੈ, ਹੁਣ ਕਹਿਣਾ ਸਮੇਂ ਤੋਂ ਪਹਿਲਾਂ ਗੱਲ ਹੈ। ਠੀਕ ਹੈ। ਅੱਛਾ ਉਗਰਾਹਾਂ ਸਾਹਿਬ, ਇੱਕ ਉਹਦੀ ਜਿਹੜਾ ਸੰਵਿਧਾਨਕ ਇਹਦੀ ਵੈਲਿਡਿਟੀ ਹੈ, ਵੈਲੀਡੇਸ਼ਨ ਹੈ ਇਹਦੀ ਕਾਨੂੰਨਾਂ ਦੀ, ਰਾਜੇਵਾਲ ਸਾਹਿਬ ਹੁਣ ਤੱਕ ਇਹੀ ਕਹਿੰਦੇ ਰਹੇ ਹੈ ਕਿ ਇਹ ਕਾਨੂੰਨ ਸੰਵਿਧਾਨਕ ਤੌਰ 'ਤੇ ਸਹੀ ਨਹੀਂ ਹੈਗੇ, ਕਿਉਂਕਿ ਆਰਟੀਕਲ ਉਹਦੀ ਜਿਹੜੀ ਖੇਤੀ ਕਾਨੂੰਨਾਂ ਵਾਲਾ ਕੰਡੀਸ਼ਨ 13 ਕੀ ਉਹਦੇ ਮੁਤਾਬਕ ਇਹ ਬਿਲਕੁਲ ਸਟੇਟ ਦਾ ਮਸਲਾ ਸੀਗਾ, ਸੈਂਟਰ ਨੂੰ ਕੋਈ ਹੱਕ ਨਹੀਂਗਾ ਕਿ ਸਟੇਟ ਦੇ ਮਸਲੇ 'ਤੇ ਉਹ ਕਾਨੂੰਨ ਬਣਾਵੇ। ਪਰ ਸੁਪਰੀਮ ਕੋਰਟ ਨੇ ਉਸ ਮਸਲੇ 'ਤੇ ਅੱਜ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਤਾ ਵੀ ਅਸੀਂ ਉਹਦੇ 'ਤੇ ਕੁਝ ਨਹੀਂ ਬੋਲਣਾ। ਤਾਂ ਕੀ ਜੇ ਸੰਵਿਧਾਨ 'ਤੇ ਇਹ ਤੁਸੀਂ ਮੰਨਦੇ ਹੋ ਜਾਂ ਕਹਿੰਦੇ ਹੋ ਕਿ ਸੰਵਿਧਾਨ 'ਤੇ ਹਮਲਾ ਹੈ, ਤਾਂ ਫਿਰ ਸੁਪਰੀਮ ਕੋਰਟ ਤਾਂ ਸੰਵਿਧਾਨ ਦੀ ਰੱਖਿਆ ਕਰਨਾ,
ਫਿਰ ਉਹਨੂੰ ਬੋਲਣਾ ਚਾਹੀਦਾ ਹੈ ਜਾਂ ਕੀ ਕਾਰਨ ਹੈ, ਜਾਂ ਤੁਹਾਡੇ ਉਧਰੋਂ ਪੇਸ਼ ਕਰਨ ਦੇ ਵਿੱਚ ਕੋਈ ਕਮੀ ਹੈ? ਦੇਖੋ, ਉੱਥੇ ਕੋਈ ਜਥੇਬੰਦੀ ਦੀ ਪਾਰਟੀ ਵਜੋਂ ਕੋਈ ਵਕੀਲ ਬਹਿਸ ਕਰਨ ਗਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਮਸਲਾ ਹੋਵੇ, ਫਿਰ ਤਾਂ ਉਸ ਤੇ ਚਰਚਾ ਹੁੰਦੀ ਹੈ। ਅੱਜ ਤਾਂ ਸਟੇਟ ਗਵਰਨਮੈਂਟ, ਹਰਿਆਣਾ ਗਵਰਨਮੈਂਟ ਤੇ ਕੇਂਦਰ ਗਵਰਨਮੈਂਟ ਤੇ ਸਵਾਲ ਸੀ। ਵੈਸੇ ਤਾਂ ਇਹ ਜਿਹੜਾ ਖੇਤੀਬਾੜੀ ਮੰਤਰੀ ਦੀ ਮੀਟਿੰਗ ਦੇ ਵਿੱਚ ਇਹ ਤੇ ਬਹੁਤ ਬਹਿਸ ਹੋਈ ਹੈ ਕਿ ਜਿਹੜਾ ਇਹ ਕਾਨੂੰਨ ਬਣਾਉਣ ਦਾ ਜਿਹੜਾ ਐਗਰੀਕਲਚਰ ਹੈ ਇਹ ਸਟੇਟ ਸਬਜੈਕਟ ਹੈ। ਜਿਹੜੀ ਖੇਤੀਬਾੜੀ ਹੈ ਇਹ ਟ੍ਰੇਡ ਨਹੀਂ, ਇਹ ਖੇਤੀ ਹੈ। ਇਸ ਕਰਕੇ ਟ੍ਰੇਡ ਉਹ ਹੁੰਦਾ ਹੈ ਜਿਹੜੀ ਚੀਜ਼ ਇੱਧਰੋਂ ਲਈ ਕਿਸੇ ਤੋਂ ਤੇ ਕਿਸੇ ਨੂੰ ਗਾਂਹ ਦੇਤੀ। ਇਹ ਨਹੀਂ, ਇਹ ਐਗਰੀਕਲਚਰ ਮਾਰਕੀਟ ਨਾਲ ਜੁੜੀ ਹੋਈ ਹੈ। ਐਗਰੀਕਲਚਰ ਦੀ ਜਿਹੜੀ ਉਪਜ ਹੈ ਉਹ ਤਾਂ ਪੈਦਾ ਕਰਕੇ ਸਿੱਧਾ ਮਾਰਕੀਟ 'ਚ ਆਉਂਦਾ, ਇਹ ਟ੍ਰੇਡ ਨਹੀਂ ਬਣਦਾ। ਇਸ ਕਰਕੇ ਲੀਗਲੀ ਇਹ ਸੈਂਟਰ ਦੇ ਘੇਰੇ ਤੋਂ ਬਾਹਰ ਦੀ ਗੱਲ ਹੈ, ਅਨਲੀਗਲੀ ਹੈ, ਅਨਕਾਨੂੰਨੀ ਹੈ, ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ। ਇਹ ਜਿਹੜੀ ਗੱਲ ਹੈ ਇਹ ਜਦੋਂ ਅਸੀਂ ਕੋਰਟ ਦੇ ਵਿੱਚ ਲੀਗਲੀ ਤੌਰ ਤੇ ਆਪਦਾ ਕੇਸ ਪ੍ਰੋਜੈਕਟ ਕਰਾਂਗੇ, ਇਹ ਤਾਂ ਉਸ ਵੇਲੇ ਦਾ ਮਸਲਾ ਹੈ। ਅੱਜ ਤਾਂ ਸਾਡਾ ਜਮਹੂਰੀ ਅਧਿਕਾਰ ਹੈ ਸਰਕਾਰ ਨੂੰ ਇਹ ਗੱਲ ਦੱਸਣ ਦਾ ਵੀ ਜੋ ਤੁਸੀਂ ਕਰਨ ਜਾ ਰਹੇ ਹੋ ਇਹ ਤਾਂ ਗੈਰ ਕਾਨੂੰਨੀ, ਇਹ ਤਾਂ ਵੈਸੇ ਲੋਕਾਂ ਦੀ ਫਿੱਟ ਨਹੀਂ ਹੈ। ਇਹ ਤਾਂ ਇਸ ਧੰਦੇ ਨੂੰ ਤਬਾਹ ਕਰ ਦੂਗਾ, ਕਿਉਂਕਿ ਜਦੋਂ ਖੁੱਲ੍ਹੀ ਮੰਡੀ ਆਊਗੀ, ਸਰਕਾਰੀ ਮੰਡੀ ਨੂੰ ਤਾਂ ਉਹਨੇ ਪ੍ਰਾਈਵੇਟ ਮੰਡੀ ਨੇ ਫੇਲ ਕਰਨਾ ਹੈ। ਸਰਕਾਰੀ ਅਦਾਰੇ ਦਾ ਤੇ ਪ੍ਰਾਈਵੇਟ ਅਦਾਰੇ ਦਾ ਜਦੋਂ ਕੰਪੀਟੀਸ਼ਨ ਹੁੰਦਾ ਹੈ, ਉਹ ਕੰਪੀਟੀਸ਼ਨ ਵਾਸਤੇ ਦੇ ਵਿੱਚ ਥੋੜ੍ਹਾ ਸਮਾਂ ਕੁਛ ਪ੍ਰਾਈਵੇਟ ਅਦਾਰਾ ਉਹਨੂੰ ਫੇਲ ਕਰਨ ਦੀ ਖਾਤਰ ਕੁਛ ਹਰਜਾ ਵੀ ਝੱਲ ਸਕਦਾ ਹੈ ਲੋਕਾਂ ਨੂੰ ਵੱਧ ਰੇਟ ਦੇ ਪੈਸੇ ਦੇ ਕੇ। ਜਦੋਂ ਤੱਕ ਉਹ ਫੇਲ ਨਹੀਂ ਹੁੰਦਾ ਉਦੋਂ ਤੱਕ ਉਹ ਇੰਨੀਆਂ ਸਹੂਲਤਾਂ ਦੇ ਸਕਦਾ ਹੈ, ਪਰ ਜਦੋਂ ਉਹ ਫੇਲ ਹੋ ਗਿਆ ਤਾਂ ਫਿਰ ਮਰਜ਼ੀ ਕਰੂਗਾ। ਉਹ ਜਿਹੜੀ ਅੱਜ 1800 ਨੂੰ ਵਿਕਦੀ ਹੈ ਚੀਜ਼ ਉਹ 900 ਨੂੰ ਵਿਕਣੀ ਹੈ। ਇਸ ਕਰਕੇ ਜਿਹੜੀ ਉਹ ਸਰਕਾਰ ਕਹਿੰਦੀ ਹੈ ਵੀ ਤੁਹਾਡੀਆਂ ਜ਼ਮੀਨਾਂ ਨਹੀਂ ਖੁੱਸਣੀਆਂ, ਇਹਦਾ ਚੱਲ ਪਿਆ ਪ੍ਰੋਸੈਸ। ਜਦੋਂ ਇਨਪੁਟ ਵੱਧਦੀ ਗਈ, ਆਊਟਪੁੱਟ ਦੇ ਵਿੱਚ ਨਾ ਆਇਆ, ਪੈਸਾ ਨਾ ਆਇਆ ਤਾਂ ਗੁਜ਼ਾਰਾ ਨਹੀਂ ਚੱਲਣਾ। ਖੇਤੀ 'ਚੋਂ ਸਾਡਾ ਗੁਜ਼ਾਰਾ ਹੁੰਦਾ, ਕਰਜ਼ਾ ਵਧੂਗਾ। ਜਦੋਂ ਕਰਜ਼ਾ ਵਧੂਗਾ, ਲੋੜਾਂ ਨਹੀਂ ਪੂਰੀਆਂ ਹੋਣੀਆਂ, ਫਿਰ ਜ਼ਮੀਨ ਵੇਚਣੀ ਪੈਣੀ ਹੈ। ਇਸ ਕਰਕੇ ਜ਼ਮੀਨਾਂ ਇਹ ਨਹੀਂ ਵੀ ਕੱਲ੍ਹ ਨੂੰ ਚਲੀਆਂ ਜਾਣਗੀਆਂ, ਲੰਮੇ ਦਾ ਤੋਂ ਇਹ ਜ਼ਮੀਨਾਂ ਫਿਰ ਖਰੀਦਣੀਆਂ ਕਿਹਨਾਂ ਨੇ? ਵੱਡੇ ਪੈਸੇ ਵਾਲੇ ਨੇ। ਵੱਡੇ ਪੈਸੇ ਵਾਲੇ ਵੱਡੀਆਂ ਕੰਪਨੀਆਂ ਬੈਠੀਆਂ ਨੇ, ਉਹ ਕਾਰਪੋਰੇਟ ਘਰਾਣਾ ਇਸ ਤਰ੍ਹਾਂ ਖੇਤੀ ਧੰਦਾ ਤਬਾਹ ਕਰਨ ਦੇ ਪਾਸੇ ਤੁਰਿਆ ਹੋਇਆ। ਅਸੀਂ ਬਹੁਤ ਬਹਿਸ ਕਰਕੇ ਇਹ ਗੱਲ ਜਚਾਈ ਹੈ। ਇਹ ਸਾਡਾ ਜਮਹੂਰੀ ਹੱਕ ਹੈ। ਇੱਕ ਜਮਹੂਰੀ ਸਰਕਾਰ ਦੇ ਕੋਲੇ ਆਪਣੀ ਗੱਲ ਪੁੱਟ ਕਰਨਾ, ਉਹਨੂੰ ਗੱਲ ਜਚਾਉਣ ਦੇ ਵਿੱਚ ਅਸੀਂ ਲਾਜਵਾਬ ਕਰਿਆ ਸਰਕਾਰ ਨੂੰ, ਫਿਰ ਹੀ ਸਰਕਾਰ ਅਮੈਂਡਮੈਂਟ 'ਤੇ ਆਈ ਹੈ ਨਾ। ਇਸ ਕਰਕੇ ਸਾਡੀ ਇਸ 'ਤੇ ਪੂਰੀ ਬਹਿਸ ਹੋਈ ਹੈ, ਅਸੀਂ ਪੂਰੀ ਚਰਚਾ ਚਲਾਈ ਹੈ। ਕਾਨੂੰਨ ਵਾਪਸ ਕੀਤੇ ਤੋਂ ਬਗੈਰ ਇਹਦਾ ਕੋਈ ਸਰਕਾਰ ਕਹਿੰਦੀ ਕਿ ਮਤਲਬ ਜਿਵੇਂ ਜਥੇਬੰਦੀਆਂ ਦਾ ਰੁਖ ਹੈ ਕਿ ਯੈਸ ਔਰ ਨੋ ਤੇ ਉਹ ਅੜ ਗਏ ਹੈ, ਵੀ ਮਤਲਬ ਇਦਾਂ ਨਹੀਂ ਗੱਲਬਾਤ ਹੁੰਦੀ। ਅਸੀਂ ਕੁਝ ਉਹਨਾਂ ਦੀਆਂ ਮੰਨਣ ਨੂੰ ਤਿਆਰ ਹਾਂ, ਕੁਝ ਸਾਡੀਆਂ ਉਹ ਮੰਨ ਲੈਣ, ਫਿਰ ਇਹਦਾ ਰਾਹ ਨਿਕਲ ਸਕਦਾ। ਜਾਂ ਉਹੀ ਰਾਹ ਹੈ ਤੁਹਾਡੇ ਮੁਤਾਬਕ ਪੰਦੇਰ ਸਾਹਿਬ, ਉਹੀ ਰਾਹ ਹੈ ਵੀ ਯੈਸ ਔਰ ਨੋ ਬਸ? ਦੇਖੋ, ਮੈਨੂੰ ਨਹੀਂ ਲੱਗਦਾ ਸਾਰੇ ਜਿਹੜੇ ਕਿਸਾਨ ਲੀਡਰਸ ਨੇ ਉਹਨਾਂ ਨੇ ਉਮਰਾਂ ਲਾਈਆਂ ਲਹਿਰ 'ਚ। ਜੇ ਸੰਭਵ ਹੁੰਦਾ ਵੀ ਕਾਨੂੰਨਾਂ 'ਚ ਸੋਧ ਕਰਕੇ ਕੋਈ ਗੁੰਜਾਇਸ਼ ਹੁੰਦੀ ਤਾਂ ਉਹ ਰਾਹ ਵੀ ਕੱਢਦੇ। ਜੇ ਗੁੰਜਾਇਸ਼ ਨਹੀਂ ਹੈਗੀ ਦਲੀਲੀ ਤੌਰ 'ਤੇ ਵੀ ਉਹ ਕੀ ਆ, ਮਤਲਬ ਉਹ ਤਾਂ ਉਹ ਖੁਦ ਵੀ ਨਹੀਂ ਜਵਾਬ ਦਿੰਦੇ। ਉਹ ਕਹਿੰਦੇ ਅਸੀਂ ਜੀ ਖੋਲ ਹੀ ਰੱਖਣਾ ਚਾਹੁੰਦੇ ਹਾਂ। ਤਾਂ ਕਿਉਂ ਰੱਖਣਾ ਚਾਹੁੰਦੇ ਆ? ਇਹਦੇ ਪਿੱਛੇ ਵੀ ਤਾਂ ਅਵਲ ਖੋਲ ਰਹਿਣਾ ਨਹੀਂ। ਕਿਉਂ ਰੱਖਣਾ ਚਾਹੁੰਦੇ ਆ? ਉਹੀ ਤਾਂ ਉਹ ਦੱਸਦੇ ਨਹੀਂ ਹੁੰਦੇ ਜੀ। ਅੱਛਾ। ਤੇ ਦੂਜਾ ਖੋਲ ਰੱਖਣਾ ਵੀ ਚਾਹੁੰਦੇ। ਪਹਿਲੀ ਗੱਲ, ਖੋਲ ਰਹਿ ਹੀ ਨਹੀਂ ਰਿਹਾ, ਬਹੁਤ ਕੁਝ ਰਹਿ ਵੀ ਰਿਹਾ। ਠੀਕ ਹੈ ਜੀ। ਹੁਣ ਇਹ ਦੋ ਤਰ੍ਹਾਂ ਦਾ ਆਪਸੀ ਮੁਕਾਬਲਾ, ਵੀ ਆਪਦੀ ਚੀਜ਼ ਨੂੰ ਉਹ ਚੰਗਾ ਕਹਿ ਕੇ ਪੁਕਾਰ ਰਹੇ ਨੇ ਤੇ ਪੂਰਾ ਦੇਸ਼ ਦਾ ਆਮ ਕਿਸਾਨ ਇਹਨੂੰ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਗੱਲ ਕਹਿ ਰਿਹਾ। ਤੇ ਇਹ ਇੱਥੇ ਨਹੀਂ ਹੈ ਸਵਾਲ, ਤਾਂ ਇਹ ਅਮਰੀਕਾ 'ਚ 7 ਦਹਾਕੇ ਪਹਿਲੋਂ ਫੇਲ ਹੋ ਚੁੱਕਿਆ ਸਿਸਟਮ ਆ। ਤਾਂ ਅਸੀਂ ਤਾਂ ਉਹਨਾਂ ਨੂੰ ਸਵਾਲ ਕਰਦੇ ਵੀ ਅਮਰੀਕਾ 'ਚ ਤਾਂ ਇਹ ਲਾਗੂ ਆ, 2000 ਕਿੱਲੇ ਵਾਲੇ ਫਾਰਮ ਆ, ਤੇ ਤੁਸੀਂ ਦੱਸੋ ਵੀ $450 ਬਿਲੀਅਨ ਦਾ ਉਹਨਾਂ ਸਿਰ ਕਰਜ਼ਾ ਕਿਉਂ? ਉਹ ਤਾਂ $60,000 ਸਾਲਾਨਾ ਸਬਸਿਡੀ ਵੀ ਦਿੰਦੇ ਆ। ਯੂਰਪ 'ਚ ਪ੍ਰਤੀ ਸੈਕਿੰਡ ਹਰ ਕਿਸਾਨ ਛੱਡ ਰਿਹਾ, ਤੇ ਯੂਰਪ ਤੇ ਅਮਰੀਕਾ ਵਾਲਾ ਕਿਸਾਨ 2% ਤੋਂ ਵਧਿਆ ਕਿਉਂ ਨਾ? ਉਹ ਤਾਂ ਖੇਤੀ ਘਟ ਰਹੀ ਆ। ਸਾਡੇ ਵਾਲਾ ਕੀ ਕਰੂ ਜਿਹੜਾ ਕਿੱਲੇ ਵਾਲਾ, ਵਿਗੇ ਵਾਲਾ, 2 ਕਿੱਲੇ 5 ਕਿੱਲੇ ਵਾਲਾ? ਤਾਂ ਇਸ ਕਰਕੇ ਕਾਰਪੋਰੇਟ ਵਿੱਚ ਜਦੋਂ ਚੀਜ਼ਾਂ ਆਉਂਦੀਆਂ ਨੇ ਤਾਂ ਉਹ ਕਹਿਣ ਨੂੰ ਇਹ ਕਿਹਾ ਜਾਂਦਾ, ਜਿਵੇਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਇੱਕ, ਵੀ ਜੇ ਕੋਈ ਡੇਅਰੀ ਵਾਲਾ ਤੁਹਾਡੇ ਕੋਲ ਦੁੱਧ ਲੈਂਦਾ, ਕਨੈਕਟ ਕਰਦਾ, ਤੁਹਾਡੀ ਗਾਂ ਮੱਝ ਥੋੜ੍ਹਾ ਲੈ ਜਾਂਦਾ। ਅਸੀਂ ਤਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਦੇ ਹਾਂ ਵੀ ਤੁਸੀਂ ਰੇਲ 'ਚ ਨਿਵੇਸ਼ ਕੀਤਾ, ਭਾਰਤ ਪੈਟਰੋਲੀਅਮ 'ਚ ਨਿਵੇਸ਼ ਕੀਤਾ, ਭਾਰਤ ਕੁਕਿੰਗ ਕੋਲ 'ਚ ਨਿਵੇਸ਼ ਕੀਤਾ, ਜਾਂ BSNL 'ਚ, ਉਹ ਗਈਆਂ ਕਿੱਥੇ? ਉਹ ਤਾਂ ਵਿਕ ਗਈਆਂ। ਤਾਂ ਜੇ ਹੁਣ ਤੁਸੀਂ ਖੇਤੀ 'ਚ ਕਹਿ ਰਹੇ ਹੋ ਨਿਵੇਸ਼ ਕਰਨਾ, ਖੇਤੀ ਪਹਿਲੋਂ ਨਿੱਜੀ ਆ,
ਖੇਤੀ 'ਚ ਕੀ ਨਿਵੇਸ਼ ਹੁੰਦਾ? ਇਹਦਾ ਮਤਲਬ ਕਾਰਪੋਰੇਟ ਦੇ ਹਵਾਲੇ ਕਰ ਰਹੇ, ਖੇਤੀ ਕਿਸਾਨਾਂ ਦੀ ਨਹੀਂ ਰਹਿਣੀ। ਹਾਂ ਠੀਕ ਹੈ, ਉਹ ਸਾਡੇ ਵਾਲੀਆਂ ਦਲੀਲਾਂ ਉਹਨਾਂ ਦੇ ਸਮਝ 'ਚ ਨਹੀਂ ਆਉਂਦੀਆਂ, ਜਾਂ ਉਹ ਸਮਝਣਾ ਹੀ ਨਹੀਂ ਚਾਹੁੰਦੇ, ਜਾਂ ਪ੍ਰਧਾਨ ਮੰਤਰੀ ਦੇ ਜਿਵੇਂ ਵਿਸ਼ਵ ਵਪਾਰ ਸੰਸਥਾ ਦਾ ਜਿੰਨਾ ਦਬਾਅ ਆ, ਜਾਂ ਕਾਰਪੋਰੇਟ ਘਰਾਣਿਆਂ ਦਾ ਜਿੰਨਾ ਦਬਾਅ ਆ, ਉਹ ਅੱਡ ਮੈਟਰ ਰੱਖਦਾ। ਸੋ ਇਸ ਕਰਕੇ ਇਹ ਸੁੱਤੇ ਸਿੱਤਾ ਹੋਇਆ ਨਹੀਂ, ਇਹ ਲੰਮੇ ਦਾ ਤੋਂ ਇੱਕ ਪ੍ਰੋਸੈਸ ਚੱਲਿਆ, ਤੇ ਸਾਰੀਆਂ ਵਿਰੋਧੀ ਧਿਰਾਂ ਦੀਆਂ ਨੀਤੀਆਂ ਵੀ ਇਹੀ ਰਹੀਆਂ ਨੇ, ਬੇਸ਼ੱਕ ਅੱਜ ਉਹ ਕੁਛ ਜੋ ਮਰਜ਼ੀ ਕਰਨ। ਪਰ ਜਿਹੜਾ ਪੱਖ ਹੈ, ਸਾਨੂੰ ਦੂਜਾ ਪੱਖ ਵੀ ਸੁਣਨਾ ਪਊਗਾ ਜੀ। ਡੈਮੋਕ੍ਰੇਸੀ ਦੇ ਵਿੱਚ ਦੂਜੇ ਪੱਖ ਦੀ ਗੱਲ ਸੁਣਨੀ ਪਊ। ਜੇ ਦੂਜਾ ਪੱਖ ਇਹ ਕਹਿੰਦਾ ਕਿ 16 ਸੰਗਠਨ ਇਸ ਕਾਨੂੰਨ ਦੇ ਹੱਕ 'ਚ ਖੜੇ ਹੋ ਜਾਂਦੇ ਆ, ਤਾਂ ਉਹਨਾਂ ਦੇ ਵੀ ਕੁਝ ਤਰਕ ਨੇ ਫਿਰ। ਚਲੋ ਮੈਂ ਕਹਿੰਦਾ ਕਦੋਂ ਦੇ, ਜਦੋਂ ਕ੍ਰਾਈਸਿਸ ਸਿਰੇ ਲੱਗਾ, ਕੱਲ ਦੇ ਨਾ ਪਰਸੋਂ ਦੇ ਨਾ, 4 ਮਹੀਨੇ ਦਾ ਅੰਦੋਲਨ, ਚਲੋ ਉਦੋਂ ਤੇ ਕਿਉਂ ਨਾ ਆਏ, ਜਦੋਂ ਉਹਨਾਂ ਨੂੰ ਲੱਗਿਆ ਵੀ ਹੁਣ ਇਹ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤੇ ਭਾਜਪਾ ਦੇ ਅੰਦਰ ਵੀ ਫੁੱਟ ਪੈ ਰਹੀ ਆ, ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਵੀ ਕਿਸਾਨ ਵਿਦਰੋਹ ਕਰ ਰਹੇ ਆ, ਤੇ ਉਹ ਆਪਣੇ ਪਾਰਟੀ ਡੈਮੇਜ ਨੂੰ ਘੱਟ ਕਰਨ ਲਈ ਕੁਝ ਫਰਜ਼ੀ ਸ਼ਬਦ ਕਹੀ ਨਾ, ਫਰਜ਼ੀ ਕਿਸਮ ਦੇ ਬੰਦੇ ਖੜੇ ਕਰਕੇ ਸਰਕਾਰਾਂ ਵਾਲੀ ਕਿਹੜੀ ਵੱਡੀ ਗੱਲ ਹੁੰਦੀ ਆ, ਤੇ ਉਹ ਇਹ ਕਹਿ ਦੇਣਾ ਵੀ ਇਹ ਜੀ ਜਥੇਬੰਦੀਆਂ ਕਹਿ ਰਹੀਆਂ ਵੀ ਇਹ ਅਸੀਂ ਜਦੋਂ ਅਸੀਂ ਕਾਨੂੰਨ ਲਿਆਂਦੇ ਉਦੋਂ ਇਹ ਬੰਦੇ ਕਿਉਂ ਨਾ ਆ ਕੇ ਬੋਲੇ ਜਿਹੜੇ ਤੁਸੀਂ ਅੱਜ ਖੜੇ ਕਰ ਰਹੇ, ਤਾਂ ਅਸੀਂ ਕਹਿੰਦੇ ਵੀ ਉਦੋਂ ਦੇ ਬੋਲ ਰਹੇ ਸੀ, ਇਹ ਖੜੇ ਕੀਤੇ ਗਏ। ਬੰਦੀਆਂ ਦੀ ਕੋਈ ਹਿਸਟਰੀ ਹੈ ਪੁਰਾਣੀ, ਜਾਂ ਰਾਤੋਂ ਰਾਤ ਹੀ ਖੜੇ ਹੋਏ ਆ? ਮੈਨੂੰ ਤਾਂ ਪਿੱਛੇ ਨਹੀਂ, ਮੈਂ ਨਹੀਂ ਜਾਣਦਾ ਆਪਣੇ ਤੌਰ ਤੇ ਜੀ, ਹੋ ਸਕਦਾ ਮੈਂ ਨਹੀਂ ਜਾਣਦਾ। ਹੁਣ ਤੁਸੀਂ ਕੱਛ 'ਚ ਦੇਖ ਲਓ, ਉਹਦੀ ਹਿਸਟਰੀ ਦੇਖੋ, ਜਿੱਥੇ ਕੱਲ ਪ੍ਰਧਾਨ ਮੰਤਰੀ ਜੀ ਗਏ ਨੇ, ਜਦੋਂ 71 ਤੇ 65 ਦੇ ਵਿੱਚ ਜੰਗਾਂ ਹੋਈਆਂ, ਪੰਜਾਬੀ ਲੜੇ ਨੇ, ਉਹ ਤੋਂ ਖੁਸ਼ ਹੋ ਕੇ ਲਾਲ ਬਹਾਦਰ ਸ਼ਾਹ ਦੇ ਕੱਛ ਦੇ ਏਰੀਏ 'ਚ ਬਾਤ ਕਰਾਈ ਹੋ ਇਲਾਕੇ। 2014 ਦੇ ਹਮਲੇ ਜਦੋਂ ਮੋਦੀ ਜੀ ਆਏ, ਉਹਨਾਂ ਨੇ ਕਾਨੂੰਨ ਲਿਆਂਦਾ ਵੀ ਜਿਹੜੇ ਬਾਹਰੋਂ ਆਏ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਫਰੀਜ਼ ਕਰਨੀਆਂ, ਇਹ ਓਪਨਲੀ ਆਇਆ। ਹੁਣ ਉਹਨਾਂ ਦੀ ਬਾਂਹ ਮਰੋੜੀ ਗਈ ਕੱਲ ਵੀ ਜੇ ਮੇਰੇ ਹੱਕ 'ਚ ਨਹੀਂ ਬੋਲਦੇ ਤਾਂ ਤੁਹਾਡੇ ਜ਼ਮੀਨਾਂ ਖੁੱਸ ਜਾਣੀਆਂ। ਤਾਂ ਫਿਰ ਇਹ ਕਿਵੇਂ ਕਹਿ ਲਈਏ ਵੀ ਕਿਹੜੇ ਕਿਸਾਨ ਹਮਾਇਤ ਕਰਦੇ ਨੇ? ਹੁਣ ਉੱਥੇ ਤਾਂ ਆਬਾਦ ਕਰਦੇ ਤੌਰ 'ਤੇ ਕਿਸਾਨ ਆ ਨਾ, ਤੁਸੀਂ ਪਹਿਲਾਂ ਪੰਜਾਬ 'ਚ ਉਹਨਾਂ ਦੀ ਬਹਾਦਰੀ ਕਰਕੇ ਲੈ ਗਏ, ਤਾਂ ਤੁਸੀਂ ਉਹਦੀ ਬਾਂਹ ਮਰੋੜ ਕੇ ਉਹਨਾਂ ਨੂੰ ਮੀਟਿੰਗ 'ਚ ਭਾਲ ਲਿਆ, ਤੇ ਦੇਸ਼ ਦੇ ਗਾੜੀ ਇਹ ਸਾਬਤ ਕਰਤਾ ਵੀ ਇਹ ਕਿਸਾਨ ਜੀ ਮੇਰਾ ਕਹਿ ਰਹੇ ਨੇ ਵੀ ਆਪਣਾ ਵੀ ਮੈਂ ਹਮਾਇਤ ਕਰਦਾ। ਸੋ ਦੂਸਰਾ ਜਿਹੜਾ ਪ੍ਰਧਾਨ ਮੰਤਰੀ ਜੀ ਬੋਲ ਰਹੇ ਉਹਦੇ ਟਿੱਪਣੀਆਂ ਮੈਂ ਕਰ ਰਿਹਾ ਵੀ ਉਹ ਕਹਿੰਦੇ ਨੇ ਪ੍ਰਾਈਵੇਟ ਖੇਤਰ, ਡੇਅਰੀ ਖੇਤਰ ਵੇਖ ਲਓ, ਮੱਛੀ ਪਾਲਣ ਖੇਤਰ ਵੇਖ ਲਓ, ਸ਼ਹਿਦ ਫਾਰਮ ਵਾਲਾ ਖੇਤਰ, ਪੋਲਟਰੀ ਫਾਰਮ ਵਾਲਾ। ਅਸੀਂ ਤਾਂ ਕਹਿੰਦੇ ਦੇਸ਼ ਦੀ ਪ੍ਰੈਸ ਆਂਕੜੇ ਲਿਆਵੇ, ਉੱਦਾਂ ਦੇ ਕਿਸਾਨਾਂ ਸਿਰ ਵੀ ਤਾਂ ਕਰਜ਼ਾ ਹਜ਼ਾਰਾਂ, ਉਹ ਕਿਵੇਂ ਪ੍ਰਫੁੱਲਤ ਹੋ ਰਹੇ ਨੇ। ਉਹਨਾਂ ਨੇ ਉਹਦੀ ਐਗਜ਼ਾਮਪਲ ਦਿੱਤੀ ਵੀ ਜਿਵੇਂ ਤੁਸੀਂ ਆਜ਼ਾਦ ਦੋ ਉਵੇਂ ਖੇਤੀ, ਤਾਂ ਇਹ ਖਿੱਤੇ ਵੀ ਪੰਜਾਬ ਦੇ ਵਿੱਚ ਮਾਰ ਖਾ ਰਹੇ ਨੇ। ਪੰਜਾਬ ਦੇ ਵਿੱਚ ਹਰ ਥਾਂ ਤੇ ਕਿਤੇ ਪ੍ਰਫੁੱਲਤ ਨਹੀਂ ਹੈਗਾ ਡੇਅਰੀ ਫਾਰਮਿੰਗ। ਤਾਂ ਅਮਰੀਕਾ ਦੀ ਇੱਕ ਐਗਜ਼ਾਮਪਲ ਆ ਵੀ ਜਦੋਂ ਕਾਰਪੋਰੇਟ ਅਮਰੀਕਾ ਦੇ ਵਿੱਚ ਡੇਅਰੀ ਖੇਤਰ 'ਚ ਆਇਆ ਤੇ 17,000 ਫਾਰਮ ਸੀਗੇ, ਅਮਰੀਕਾ ਦੇ ਅੰਕੜੇ ਆ, ਤੇ ਉਹਨੇ ਆ ਕੇ ਉਹਨਾਂ ਦੇ ਡੇਅਰੀ ਫਾਰਮ ਵੀ ਸ਼ਾਇਦ ਸਾਡੇ ਇੱਕ ਪਿੰਡ ਵਰਗਾ ਹੁੰਦਾ ਵੀ ਹਜ਼ਾਰਾਂ ਗਾਈਆਂ ਦਾ ਫਾਰਮ, ਤੇ ਜਦੋਂ ਕਾਰਪੋਰੇਟ ਆਇਆ ਤੇ ਉਹਨੇ 17,000 ਦਾ 17,000 ਕਿਸਾਨ ਬਾਹਰ ਕੱਢਤਾ, ਤੇ ਦੁੱਧ ਤੇ ਘਟਿਆ ਨਹੀਂਗਾ, ਦੁੱਧ ਦੀ ਕੀਮਤ ਵੱਧ ਗਈ, ਤੇ ਕਾਰਪੋਰੇਟ ਕਿਸਾਨੀ ਨੂੰ ਮੁਕਾ ਕੇ ਕਬਜ਼ਾ ਕਰ ਗਿਆ। ਤਾਂ ਸਾਡੇ ਵਾਲਾ ਕੀ ਜਿਹੜਾ 2 ਮੱਝਾਂ ਰੱਖਦਾ 2 ਗਾਈਆਂ ਰੱਖਦੀਆਂ, ਤਾਂ ਕਿਤੇ ਵੀ ਉਹਨਾਂ ਦੇ ਤਰਕ ਦਲੀਲ ਮੈਨੂੰ ਨਹੀਂ ਲੱਗਦਾ ਜੋ ਕਹਿ ਰਹੇ ਨੇ ਵੀ ਜਥੇਬੰਦੀਆਂ ਇਹ ਖੜੀਆਂ ਕੀਤੀਆਂ ਗਈਆਂ ਵਾ, ਹੈ ਨਹੀਂ ਅਸਲ ਵਿੱਚ। ਅੱਛਾ, ਇੱਕ ਜਿਹੜਾ ਸਰਕਾਰ ਕਹਿੰਦੀ ਵੀ ਸਰਕਾਰ ਜਾਂ ਦੂਜਾ ਪੱਖ ਹੈ ਜਿਹੜਾ, ਉਹ ਜਿਹੜੀ ਇਹ ਗੱਲ ਕਰਦਾ ਹੈ ਕਿ ਬਹੁਤ ਸਾਰੀਆਂ ਸਟੇਟਾਂ ਇਹੋ ਜਿਹੀਆਂ ਜਿਹੜੀ ਮਤਲਬ ਗ੍ਰੀਨਸ ਨਹੀਂ ਪੈਦਾ ਕਰਦੀਆਂ, ਅਨਾਜ ਨਹੀਂ ਪੈਦਾ ਕਰਦੀਆਂ, ਉਹ ਜਾਂ ਤਾਂ ਸਬਜ਼ੀਆਂ ਨੇ ਜਾਂ ਫਲ ਨੇ ਉਹ ਪੈਦਾ ਕਰਦੇ ਆ, ਸਪਾਈਸਸ ਹੈ, ਕੇਰਲਾ ਵਰਗੀਆਂ ਸਟੇਟਾਂ ਨੇ ਜਿਹੜੀਆਂ ਮਸਾਲੇ ਪੈਦਾ ਕਰਦੀਆਂ, ਉਹਨਾਂ ਦੇ ਲਈ ਇਹ ਜਿਹੜੀ ਖੁੱਲੀ ਮੰਡੀ ਹੈ ਉਹ ਬਹੁਤ ਵਧੀਆ ਹੈਗੀ। ਉੱਥੇ APMC ਵੀ ਹੈ ਨਹੀਂ, ਉਹਨਾਂ ਨੂੰ ਜਾਣ ਦਾ ਕੋਈ ਦੁੱਖ ਵੀ ਨਹੀਂ ਹੈਗਾ, ਨੈਚੁਰਲ ਦੀ ਗੱਲ ਹੈ ਜਦੋਂ ਹੈ ਨਹੀਂ ਗੀ। ਇਹ ਕਾਰਨ ਹੈ ਕਿ ਜਿਹੜਾ ਬਾਕੀ ਮੁਲਕ ਦਾ ਹਿੱਸਾ ਹੈਗਾ ਉੱਥੋਂ ਇਹ ਲਹਿਰ ਨਹੀਂ ਉੱਠੀ, ਜਾਂ ਉਹ ਲੋਕ ਤੁਹਾਡੇ ਨਾਲ ਨੇ। ਐ ਨਹੀਂ ਕਹਿ ਸਕਦੇ, ਬਿਹਾਰ ਦੀ ਐਗਜ਼ਾਮਪਲ ਲੈ ਲਈਏ ਜਾਂ ਕਹਿ ਲਈਏ ਜਦੋਂ ਇਸ ਕਿਸਮ ਦੇ ਅੰਦੋਲਨ ਸਦੀਆਂ ਬਾਅਦ ਉੱਠਦੇ ਆ, ਉੱਥੇ ਜਦੋਂ ਇਹ ਚੀਜ਼ਾਂ ਆਈਆਂ ਤੇ ਚਲੀਆਂ ਗਈਆਂ, ਇਹ ਸੰਭਵ ਨਹੀਂ ਹੋ ਸਕਿਆ। ਸਾਡੇ ਵੀ ਤਾਂ ਹੈ ਨਾ, ਸਬਜ਼ੀ ਸਾਡਾ ਖੇਤਰ ਆ ਪੰਜਾਬ ਦਾ, ਤੇ ਸਬਜ਼ੀ ਖੇਤਰ ਤਾਂ APMC ਐਕਟ 'ਚ ਨਹੀਂ ਆਉਂਦਾ, ਉਹ ਓਪਨਲੀ ਚੱਲਦਾ। ਪਰ ਸਬਜ਼ੀ ਵਾਲੇ ਨੂੰ ਜੇ ਮਾਰ ਪਊ ਤਾਂ ਉਹ ਇਹ ਤਾਂ ਨਹੀਂ ਵੀ ਆਊਗਾ ਨਹੀਂ। ਅੱਜ ਤਾਂ ਉਹ ਵੀ ਅੱਜ ਕਿਸਾਨ ਸਬਜ਼ੀ ਪੈਦਾਵਾਰ ਕਰਨ ਵਾਲਾ ਵੀ ਹੈ ਤੇ ਆਮ ਝੋਨਾ ਕਣਕ ਵੀ ਪੈਦਾ ਕਰਦਾ। ਇਹ ਨਹੀਂ ਕਹਿ ਸਕਦੇ ਕਿਉਂਕਿ ਉਹਨੇ ਹੋਣੀ ਨੂੰ ਮੰਨ ਕੇ ਕੰਮ ਕਰ ਲਿਆ ਜੋ ਉਹਦੀ ਹੋਣੀ ਆ। ਜੇ ਇਹਦੇ 'ਚ ਵੀ ਸਰਕਾਰ ਖੜੀ ਹੁੰਦੀ ਵੀ ਸਾਡੇ ਕਿਹੜੇ ਖੇਤਰ ਕਿਹੜੀਆਂ ਚੀਜ਼ਾਂ ਪੈਦਾ ਕਰਦੇ ਨੇ, ਤੇ ਉਹਨਾਂ ਨੂੰ ਸਹੀ ਮੁੱਲ ਦੇਣ ਲਈ ਇੱਕ ਰੇਟ ਤੈਅ ਹੁੰਦਾ, ਤੇ ਕਿੱਥੇ ਇਹਨਾਂ ਦੀ ਲੋੜ ਆ ਤਾਂ ਉੱਥੇ ਅਸੀਂ ਸਪਲਾਈ ਕਰੀਏ, ਨਾ ਤਾਂ ਜਿਹੜਾ ਖਰੀਦਦਾਰ ਆ ਉਹ ਲੁੱਟਿਆ ਜਾਵੇ ਤੇ ਨਾ ਪੈਦਾ ਕਰਨ ਵਾਲਾ। ਇਹੋ ਜਿਹਾ ਸਿਸਟਮ ਹਿੰਦੁਸਤਾਨ 'ਚ ਨਹੀਂ ਰਿਹਾ ਜੋ ਦਲੀਲਾਂ ਦੇ ਰਹੇ ਨੇ। ਚਲੋ ਅਸਾਮ 'ਚ ਵੇਖ ਲਓ, ਚਾਹ ਕਿੰਨੀ ਮਹਿੰਗੀ ਆ, ਪ੍ਰਾਈਵੇਟ ਖੇਤਰ ਆ। ਹੁਣ ਜਿਹੜਾ ਚਾਹ ਪੈਦਾ ਕਰ ਰਿਹਾ ਅਸਾਮ ਤੋਂ ਵੀ ਤਾਂ ਮਰ ਰਿਹਾ, ਖੁਦਕੁਸ਼ੀ ਕਰ ਰਿਹਾ,
ਤੇ ਅਸੀਂ ਚਾਹ ਪੀਣ ਵਾਲੇ ਸਾਨੂੰ 400 ਰੁਪਏ ਕਿਲੋ ਮਿਲ ਰਹੀ। ਤਾਂ ਇਹ ਦਲੀਲਾਂ ਜ਼ਮੀਨੀ ਹਕੀਕਤਾਂ ਤੇ ਨਹੀਂ ਪੂਰੀਆਂ ਉਤਰੀਆਂ ਜਿਹੜੇ ਉਹ ਦੇ ਰਹੇ ਨੇ। ਇਹਨੂੰ ਅਸੀਂ ਐਂ ਦੇਖਦੇ ਹਾਂ। ਅੱਛਾ, ਇੱਕ ਉਗਰਾਹਾਂ ਸਾਹਿਬ, ਅੱਜ ਸੁਪਰੀਮ ਕੋਰਟ ਦੀ ਇਹ ਵੀ ਟਿੱਪਣੀ ਹੈ ਕਿ ਪ੍ਰੋਟੈਸਟ ਤਾਂ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ ਕਿਸਾਨਾਂ ਦਾ, ਪਰ ਉਹ ਕਿਸੇ ਇਹੋ ਜਿਹੀ ਜਗ੍ਹਾ ਤੇ ਬਹਿ ਕੇ ਕਰਨ ਜਿੱਥੇ ਆਮ ਪਬਲਿਕ ਨਾ ਦੁਖੀ ਹੋਵੇ। ਜੇ ਸੁਪਰੀਮ ਕੋਰਟ ਕੋਈ ਇਹੋ ਜਿਹੀ ਤੁਹਾਨੂੰ ਅਪੀਲ ਕਰਦੀ ਹੈ ਤਾਂ ਸੁਪਰੀਮ ਕੋਰਟ ਦੀ ਰਿਸਪੈਕਟ ਦੇ ਤੇ ਚੱਲਦੇ ਹੋਏ ਤੁਸੀਂ ਕੋਈ ਇਹੋ ਜਿਹਾ ਫੈਸਲਾ ਕਰ ਸਕਦੇ ਹੋ ਫਿਰ ਵੀ ਆਪਾਂ ਇਹਨੂੰ ਕਿਤੇ ਹੋਰ ਸ਼ਿਫਟ ਕਰੀਏ ਜਾਂ ਇੱਥੇ ਰੱਖਣਾ? ਜਿਹੜਾ ਸਾਡਾ ਇਹ ਪ੍ਰੋਟੈਸਟ ਹੈ, ਤੁਸੀਂ ਦੇਖ ਰਹੇ ਹੋ, ਅਸੀਂ ਤਕਰੀਬਨ 26-27 ਤਰੀਕ ਤੋਂ ਇੱਥੇ ਆਏ ਬੈਠੇ ਹਾਂ, 28 ਤਰੀਕ ਤੋਂ। ਤੇ ਇੱਥੇ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਨੇ, ਕਿਸਾਨਾਂ ਨੇ ਤਾਂ ਲਾਈਆਂ ਨਹੀਂ ਰੋਕਾਂ, ਮੂਹਰੇ ਬੈਰੀਅਰ ਨੇ ਜਿਹੜੇ ਸਰਕਾਰ ਦੇ ਲਾਏ ਹੋਏ। ਸਰਕਾਰ ਦੇ ਇੱਥੇ ਨਹੀਂ ਲਾਏ ਹੋਏ, ਹਰਿਆਣੇ 'ਚ ਵੀ ਲਾਏ ਹੋਏ ਸੀ ਪਹਿਲਾਂ ਬੈਰੀਅਰ ਲਾਏ ਹੋਏ ਸੀ। ਇਹਨਾਂ ਨੇ ਤਾਂ ਸਾਨੂੰ ਹਰਿਆਣੇ ਦੀ ਸਰਹੱਦ 'ਤੇ ਰੋਕ ਲਿਆ ਸੀ, ਪੰਜਾਬ ਵਾਲਿਆਂ ਨੂੰ। ਬੈਰੀਅਰ ਇਹਨਾਂ ਨੇ ਲਾਏ ਨੇ, ਰੋਕਾਂ ਇਹਨਾਂ ਦੇ ਲਾਈਆਂ ਹੋਏ ਨੇ। ਜੇ ਸ਼ਹਿਰੀਆਂ ਨੂੰ ਆਵਾਜਾਈ ਦੀ ਦਿੱਕਤ ਆ ਰਹੀ ਹੈ, ਆਹ ਸਾਡਾ ਨਾਕਾ ਤੁਸੀਂ ਦੇਖੋ ਇੱਥੇ ਟਿੱਕਰੀ ਵਾਲਾ 22 ਕਿਲੋਮੀਟਰ ਲੰਮਾ ਹੈ। 22 ਕਿਲੋਮੀਟਰ ਦੇ ਇਲਾਕੇ 'ਚ ਤੁਸੀਂ ਕਿਸੇ ਇੱਕ ਜਗ੍ਹਾ ਤੇ ਦਿਖਾ ਦਿਓ ਵੀ ਜਿਹੜੇ ਸ਼ਹਿਰ ਦੇ ਲੋਕ ਨੇ ਜਾਂ ਇੱਧਰ ਦੇ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਆਉਣ ਜਾਣ। ਜੇ ਕਿਤੇ ਸਾਡੇ ਬੰਦੇ ਕਹਿ ਦਿੰਦੇ ਨੇ, ਹੁਣ ਦੇਖੋ ਆ ਇੱਧਰ ਆਪਣਾ ਪਕੌੜਾ ਚੌਂਕ ਦੇ ਕੋਲੇ ਚੌਂਕ ਹੈਗਾ, ਬਲੌਰ ਚੌਂਕ ਦੇ ਕੋਲੇ ਚੌਂਕ ਹੈ, ਇੱਕ ਆਹ ਪੁਲ ਦੇ ਹੇਠ ਦੀ 3-4 ਸੜਕਾਂ ਲੰਘਦੀਆਂ ਨੇ ਇਸ ਤਰ੍ਹਾਂ ਦੀ। ਸਾਡੀ ਕੋਈ ਵੀ ਵਹੀਕਲ ਉਹਦੇ ਵਿੱਚ ਨਹੀਂ ਲੱਗੀ ਹੋਈ, ਕੋਈ ਸੜਕ ਨਹੀਂ ਰੋਕੀ ਹੋਈ। ਸਾਡਾ ਇਹ ਮਨੋਰਥ ਨਹੀਂ ਹੈ ਵੀ ਜਨਤਾ ਨੂੰ ਤੰਗ ਕਰਨਾ, ਸਗੋਂ ਸਾਨੂੰ ਤਾਂ ਅਸੀਂ ਉਹਨਾਂ ਦਾ ਸਹਿਯੋਗ ਮੰਗ ਰਹੇ ਹਾਂ, ਉਹ ਸਾਨੂੰ ਸਹਿਯੋਗ ਦੇ ਰਹੇ ਨੇ। ਆਹ ਦੇਖੋ, ਆਹ ਤਰਪਾਲਾਂ ਸਿੱਟ ਗਏ, ਉਹਨਾਂ ਨੂੰ ਪਤਾ ਵੀ ਠੰਡ ਹੋ ਗਈ, ਬੁੜੀਆਂ ਨੇ, ਬੱਚੇ ਨੇ ਨਾਲ। ਅਸੀਂ ਜੇ ਆਪਦੇ ਹੱਕਾਂ ਦਾ ਅਧਿਕਾਰ ਦੀ ਵਰਤੋਂ ਕਰਦੇ ਹਾਂ ਤਾਂ ਨਾਲ ਅਸੀਂ ਪਬਲਿਕ ਦੇ ਹਿੱਤ ਨੂੰ ਵੀ ਦੇਖਦੇ ਹਾਂ, ਜਨ ਸਮੂਹ ਦੇ ਹਿੱਤਾਂ ਦਾ ਖਿਆਲ ਰੱਖਦੇ ਹਾਂ। ਅਸੀਂ, ਉਹ ਸਾਡੇ ਭੈਣ ਭਰਾ ਨੇ, ਸਾਡੇ ਕਿਰਤੀ ਨੇ। ਸਾਡਾ ਦਿੱਲੀ ਦੇ ਲੋਕਾਂ ਨਾਲ ਨਹੀਂ ਕੋਈ ਰੌਲਾ, ਦਿੱਲੀ ਦੇ ਵਿੱਚ ਬੈਠੀ ਹਕੂਮਤ ਦੇ ਨਾਲ ਇੱਕ ਰੌਲਾ ਹੈ। ਉਹਦੀ ਪ੍ਰੋਟੈਸਟ ਕਰਨਾ ਸਾਡਾ ਜਮਹੂਰੀ ਅਧਿਕਾਰ ਹੈ। ਠੀਕ ਹੀ ਕਿਹਾ ਕੋਰਟ ਨੇ, ਅਸੀਂ ਉਹਨਾਂ ਦਾ ਠੀਕ ਹੈ ਵੀ ਸਾਡੇ ਇਹ ਹਿੱਤਾਂ ਨੂੰ ਖਿਆਲ 'ਚ ਰੱਖਿਆ ਹੋਇਆ ਸਾਡਾ, ਇਹ ਉਹਨਾਂ ਦੇ ਧਿਆਨ 'ਚ ਹੋਣੀ ਚਾਹੀਦੀ ਹੈ। ਅਸਲ ਤਾਂ ਜੇ ਕਿਤੇ ਰੋਕਾਂ ਲਾਈਆਂ ਨੇ ਫਿਰ ਤਾਂ ਕੋਰਟ ਨੇ ਲਾਈਆਂ ਨੇ ਨਾ, ਇਹਨਾਂ ਮਤਲਬ ਇਹਨੇ ਪ੍ਰਸ਼ਾਸਨ ਨੇ ਲਾਈਆਂ, ਕੋਰਟ ਨੇ ਤਾਂ ਇਹ ਕਹਿਤਾ ਵੀ ਜਮਹੂਰੀ ਅਧਿਕਾਰ ਹੈ। ਠੀਕ ਹੈ, ਅਸੀਂ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ ਹੈ, ਨਾਲ ਅਸੀਂ ਖਿਆਲ ਰੱਖਿਆ ਸਾਰਾ ਇਹ ਗੱਲ ਦਾ ਵੀ ਇੱਥੇ ਜਨਤਾ ਨਾ ਔਖੀ ਹੋਵੇ। ਜਨਤਾ ਨੂੰ ਇਸੇ ਕਰਕੇ ਸਾਨੂੰ ਜਿਹੜਾ ਜਨਤਾ ਦਾ ਸਹਿਯੋਗ ਹੈ ਪੂਰਾ ਮਿਲ ਰਿਹਾ। ਕੋਈ ਰਾਸ਼ਨ ਲੈ ਕੇ ਆ ਰਿਹਾ, ਕੋਈ ਸਬਜ਼ੀ ਲੈ ਕੇ ਆ ਰਿਹਾ, ਕੋਈ ਸਾਨੂੰ ਤਰਪਾਲਾਂ ਦੇ ਜਾਂਦਾ, ਕੋਈ ਚੱਪਲਾਂ ਦੇ ਜਾਂਦਾ, ਕੋਈ ਟੁੱਥਪੇਸਟ ਦੇ ਦਿੰਦਾ। ਸਾਡੇ ਗੱਲ ਇਹਨਾਂ ਦੀ ਸਮਝ ਆ ਗਈ, ਉਹਨਾਂ ਨੇ ਸਾਡਾ ਈਵਨ ਸ਼ਹਿਰੀ ਲੋਕਾਂ ਨੇ ਵੀ ਇਹ ਸਮਝ ਆ ਗਈ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਇਹ ਕੀ ਜਿਹੜੇ ਕਾਨੂੰਨ ਨੇ ਇਹਨਾਂ ਦਾ ਕੋਈ ਤੁਹਾਡੇ 'ਤੇ ਵੀ ਅਸਰ ਪਊਗਾ। ਜਿਹੜਾ ਹੈਗਾ ਜ਼ਰੂਰੀ ਵਸਤਾਂ ਐਕਟ 1955, ਉਹ ਅਸੀਂ ਜਦੋਂ ਇਹਨੇ ਕਿਹਾ ਵੀ ਤੁਹਾਡੇ 'ਤੇ ਵੀ ਅਸਰ ਪਊਗਾ, ਇਹ ਤੁਹਾਡੀ ਦੁਕਾਨਦਾਰੀ, ਤੁਸੀਂ ਜਿਹੜਾ ਫੂਡ ਸੁਰੱਖਿਆ ਦਾ ਮਸਲਾ ਵਾ, ਉਹ ਸਾਰਾ ਦੀ ਅਸਰ ਪਊਗਾ। ਇਹਦੇ ਵਿੱਚ ਜਿਹੜੇ 3 ਕਾਨੂੰਨ ਨੇ, ਇਹ 3 ਕਾਨੂੰਨਾਂ ਦੇ ਘੇਰੇ 'ਚ ਨਹੀਂ ਵੀ ਇਕੱਲਾ ਕਿਸਾਨ ਆਊਗਾ, ਇਹਦੇ 'ਚ ਬਹੁਤ ਵੱਡਾ ਹਿੱਸਾ ਆਊਗਾ। ਇਸ ਕਰਕੇ ਸਾਰੇ ਹਿੱਸਿਆਂ ਦੀ ਲੜਾਈ ਬਣਦੀ ਹੈ। ਕਿਸਾਨੀ ਮੁੱਖ ਤੌਰ 'ਤੇ ਹੈ, ਨਿਸ਼ਾਨੇ 'ਤੇ ਹੈ, ਈਵਨ ਉਹਦੇ ਧੰਦੇ ਨੂੰ ਤਬਾਹ ਕਰਨ ਚੱਲੇ ਹੈ, ਪਰ ਇਹ ਅਸਰ ਸਾਰਿਆਂ 'ਤੇ ਪਊਗਾ, ਵੱਡੇ ਹਿੱਸੇ 'ਤੇ ਅਸਰ ਪਊਗਾ। ਬਾਪੂ ਜੀ, ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਵੀ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਇਹਨੂੰ ਇੱਥੋਂ ਚੱਕਿਆ ਜਾਵੇ, ਇਮੀਡੀਏਟਲੀ ਇਹਨੂੰ ਚੱਕ ਕੇ ਕਿਤੇ ਹੋਰ ਲੈ ਜਾਇਆ ਜਾਵੇ ਜਾਂ ਇਹਨੂੰ ਇੱਥੋਂ ਚੱਕ ਦਿੱਤਾ ਜਾਵੇ। ਪਰ ਅੱਜ ਜਦੋਂ ਕੇਂਦਰ ਸਰਕਾਰ ਦੇ ਵਕੀਲ ਦੇ ਕੋਲੋਂ ਸੁਪਰੀਮ ਕੋਰਟ 'ਚ ਇਹ ਗੱਲ ਪੁੱਛੀ ਗਈ ਆ ਵੀ ਜੇ ਕਮੇਟੀ ਬਣਾਈ ਜਾਂਦੀ ਆ ਤਾਂ ਕੀ ਕੇਂਦਰ ਸਰਕਾਰ ਜਦੋਂ ਤੱਕ ਇਹ ਕਮੇਟੀ ਕੋਈ ਫੈਸਲੇ ਤੱਕ ਨਹੀਂ ਪਹੁੰਚਦੀ ਉਦੋਂ ਤੱਕ ਇਹਨੂੰ ਹੋਲਡ ਕਰ ਲਊਗੀ ਇਹਨਾਂ ਬਿੱਲਾਂ ਨੂੰ, ਤਾਂ ਉਹਦੇ ਲਈ ਫਿਰ ਉਹਨਾਂ ਨੇ ਅੱਗੇ ਟਾਈਮ ਮੰਗ ਲਿਆ। ਕੀ ਉਹ ਬਿਨਾਂ ਸੋਚੇ ਉੱਥੇ ਬਿਨਾਂ ਵਿਚਾਰ ਕੀਤੇ ਉੱਥੇ ਜਾ ਕੇ ਖੜੇ ਹੋ ਜਾਂਦੇ? ਦੇਖੋ, ਜਿਹੜਾ ਕੋਰਟ 'ਚ ਚੱਲਿਆ, ਇੱਧਰੋਂ ਕਿਸੇ ਜਥੇਬੰਦੀ ਨੇ ਕੋਈ ਅਪੀਲ ਨਹੀਂ ਕੀਤੀ। ਕਿਹੜੀ ਜਥੇਬੰਦੀ ਹੈ, ਕਿਵੇਂ ਅਪੀਲ ਪਾਈ ਹੈ, ਕਿਹਨੇ ਪਵਾਈ ਹੈ, ਇਹ ਤਾਂ ਉਹ ਜਾਣਦੇ ਆ। ਕੋਰਟ ਦੇ ਵੱਲੋਂ ਜਿਹੜਾ ਸਾਹਮਣੇ ਆਇਆ, ਕੱਲ੍ਹ ਆਇਆ ਵੀ ਬੜੇ ਪਿੰਡ ਸੁਣੋ, ਜੋ ਕੱਲ੍ਹ ਆਇਆ ਵੀ ਇਹ ਸੀ ਕੋਰਟ ਰਾਏ ਸਲਾਹ ਦੇ ਰਿਹਾ ਵੀ ਛੋਟੀ ਕਮੇਟੀ ਬਣਾ ਲਓ, ਜਦੋਂ ਕਿ ਜਿਹੜੀ ਸਰਕਾਰ ਛੋਟੀ ਕਮੇਟੀ ਬਣਾਉਣੀ ਸੀ ਉਹ ਤਾਂ ਰੱਦ ਕੀਤੀ ਹੋਈ ਹੈ ਸਾਰਿਆਂ ਦੀ। ਅੱਜ ਉਹਨਾਂ ਨੇ 3 ਮਤਲਬ ਸੱਦੇ, ਪੰਜਾਬ ਸਰਕਾਰ ਸੱਦੀ, ਹਰਿਆਣਾ ਸੱਦੀ, ਸੈਂਟਰ ਸੱਦੀ। ਅੱਜ ਜੋ ਉਹਨਾਂ ਨੇ ਫੈਸਲੇ ਕਰੇ ਹੈ ਤੁਹਾਡੇ ਰਾਹੀਂ ਅਸੀਂ ਸੁਣ ਰਹੇ ਹਾਂ, ਉਹ ਫੈਸਲੇ ਨੈੱਟ 'ਤੇ ਜਾਣਗੇ, ਉਹਨਾਂ ਨੂੰ ਅਸੀਂ ਬਹੁਤ ਬਰੀਕੀ 'ਚ ਵਿਚਾਰਾਂਗੇ, ਉਹਦੇ ਹਿਸਾਬ ਨਾਲ ਅਸੀਂ ਸਾਂਝਾ ਫੈਸਲਾ ਕਰਾਂਗੇ ਸਾਰੇ ਜਥੇਬੰਦੀ। ਤੇ ਬਾਪੂ ਜੀ, ਮੈਂ ਕੁਐਸਚਨ ਇਹ ਕੀਤਾ ਜੀ ਵੀ ਕੇਂਦਰ ਸਰਕਾਰ ਦੇ ਜਿਹੜੇ ਵਕੀਲ ਉੱਥੇ ਪੇਸ਼ ਹੋਏ ਆ, ਮਾਨਯੋਗ ਜੱਜ ਸਾਹਿਬ ਨੇ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜੇ ਕਮੇਟੀ ਬਣ ਜਾਂਦੀ ਆ, ਕਿਸਾਨ ਤੁਹਾਡੇ ਨਾਲ ਸ਼ਾਮਲ ਹੋ ਜਾਂਦੇ, ਇੱਕ ਤੁਸੀਂ ਕਮੇਟੀ ਦਾ ਗਠਨ ਕਰ ਲੈਂਦੇ ਹੋ, ਤਾਂ ਜਦੋਂ ਤੱਕ ਇਹ ਕਮੇਟੀ ਕਿਸੇ ਸਿੱਟੇ ਤੱਕ ਨਹੀਂ ਪਹੁੰਚਦੀ ਉਦੋਂ ਤੱਕ ਤੁਸੀਂ ਇਹ ਖੇਤੀ ਬਿੱਲ ਹੋਲਡ ਕਰ ਸਕਦੇ ਹੋ, ਰੋਕ ਸਕਦੇ ਹੋ। ਤਾਂ ਉੱਥੇ ਵਕੀਲ ਦਾ ਇਹ ਆਰਗਿਊ ਸੀਗਾ ਵੀ ਇਹਦੇ ਬਾਰੇ ਵਿਚਾਰ ਕਰਕੇ ਅੱਗੇ ਦੱਸਾਂਗੇ।
ਤਾਂ ਕੀ ਇਹ ਬਿਨਾਂ ਸੋਚੇ ਉੱਥੇ ਪਹੁੰਚ ਜਾਂਦੇ ਆ? ਜੇ ਤੁਹਾਡੇ ਖਿਲਾਫ ਇਹਨਾਂ ਨੇ ਇੱਕ ਪਟੀਸ਼ਨ ਪਾਈ ਹੈ ਵੀ ਸੰਘਰਸ਼ ਬੰਦ ਕੀਤਾ ਜਾਵੇ, ਤਾਂ ਇਹ ਬਿਨਾਂ ਸੋਚੇ ਉੱਥੇ ਜਵਾਬਦੇਹੀ ਲਈ ਪਹੁੰਚ ਜਾਂਦੇ। ਇਹ ਤਾਂ ਦੇਖੋ ਜਦੋਂ ਸਾਰਾ ਕੁਝ ਸਾਹਮਣੇ ਆਊਗਾ, ਇਹ ਤਾਂ ਹੁਣ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈ ਤੁਸੀਂ ਕਹਿ ਰਹੇ ਹੋ, ਅਸੀਂ ਇਹ ਅਧੂਰੀ ਜਾਣਕਾਰੀ ਦੇ ਤੌਰ ਤੇ ਕੋਈ ਪੂਰੀ ਗੱਲ ਕਹੀਏ, ਇਹ ਸਮਝ ਤੋਂ ਪਹਿਲਾਂ ਦੀ ਗੱਲ ਹੈ ਜੀ। ਇਹ ਅੱਜ ਅਸੀਂ ਰਾਤ ਨੂੰ ਵਿਚਾਰਾਂਗੇ, ਕੱਲ੍ਹ ਤੱਕ ਅਸੀਂ ਦੂਜੇ ਜਥੇਬੰਦੀਆਂ ਨਾਲ ਸਾਂਝਾ ਕਰਾਂਗੇ, ਉਸ ਤੋਂ ਬਾਅਦ ਸਾਂਝਾ ਕੋਈ ਫੈਸਲਾ ਬਣਾ ਕੇ ਅਸੀਂ ਪ੍ਰੈਸ ਨੂੰ ਪੂਰੇ ਆਪਦੇ ਬਿਆਨ ਵੀ ਦੇਵਾਂਗੇ। ਕਈ ਕਿਸਾਨ ਆਗੂ ਇਹ ਵੀ ਕਹਿੰਦੇ ਪਏ ਵੀ ਕਮੇਟੀ ਬਣਾ ਕੇ ਸਿਰਫ ਕਿਸਾਨੀ ਸੰਘਰਸ਼ ਨੂੰ ਲੰਬਾ ਪਾਉਣ ਦੀ ਗੱਲ ਕੀਤੀ ਜਾਵੇ। ਬਿਲਕੁਲ ਠੀਕ ਹੈ, ਇਹ ਵੀ ਗੱਲ ਠੀਕ ਹੈ, ਪਰ ਨਾਲ ਇਹ ਵੀ ਠੀਕ ਹੈ ਵੀ ਉਹ ਜਿਹੜੇ ਵਕੀਲ ਨੇ ਜਿਹੜੇ ਕਹਿ ਰਹੇ ਨੇ ਵੀ ਅਸੀਂ, ਇਹਨਾਂ ਨੇ ਕਿਹਾ ਵੀ ਜੇ ਤੁਸੀਂ ਜਿੰਨਾ ਚਿਰ ਤੱਕ ਕਮੇਟੀ ਫੈਸਲਾ ਨਹੀਂ ਦਿੰਦੀ ਉਹਨਾਂ ਚਿਰ ਤੁਸੀਂ ਸਟੇ ਕਰੋਗੇ। ਇਹਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਕੋਈ ਅਰਥ ਨੇ। ਵੀ ਜੇ ਫਰਜ਼ ਕਰ ਲਓ ਹੁਣ ਸਾਡਾ ਇਹ ਉਹ ਕਮੇਟੀ ਹੈ, ਇਹਦਾ ਮਤਲਬ ਇਹ ਬਣਦਾ ਹੈ ਵੀ ਜੇ ਮਤਲਬ ਉਹ ਸਟੇ ਦੀ ਹਾਂ ਕਰ ਦਿੰਦੇ ਨੇ, ਫਿਰ ਇਹਦਾ ਸਵਾਲ ਸਾਡੇ ਤੇ ਵੀ ਹੈ ਨਾ ਵੀ ਜੇ ਉਹ ਸਟੇ ਦੀ ਹਾਂ ਕਰ ਦਿੰਦੇ ਨੇ ਫਿਰ ਤੁਸੀਂ ਧਰਨਾ ਚੱਕ ਲਓਗੇ। ਜਿਹਦੀ ਇੱਕ ਸਵਾਲ ਟੇਢਾ ਸਵਾਲ ਹੈ, ਇਸ ਕਰਕੇ ਇਹਦਾ ਵਿਚਾਰਨ ਵਾਲਾ ਇਸ਼ੂ ਹੈਗਾ। ਅਸੀਂ ਵਿਚਾਰਾਂਗੇ ਇਹਦੇ ਤੇ ਵੀ, ਜਿਵੇਂ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਵਿਚਾਰਾਂਗੇ। ਸਾਡੇ ਤੇ ਜਦੋਂ ਹੁਣ ਕੋਈ ਸਵਾਲ ਕਰਦਾ ਵੀ ਭਾਈ ਜੇ ਫਿਰ ਉਹਨਾਂ ਸਟੇ ਦਿੱਤੀ ਫਿਰ ਤੁਸੀਂ ਧਰਨਾ ਚੱਕ ਲਓਗੇ, ਫਿਰ ਇਹ ਸਾਡੇ ਵੀ ਵਿਚਾਰਨ ਵਾਲਾ ਮਸਲਾ ਹੈ। ਬਾਬੂ ਜੀ, ਲੋਕਤੰਤਰ 'ਚ ਸਰਕਾਰਾਂ ਬੜੀਆਂ ਦੇਖੀਆਂ ਪਰ ਲਗਾਤਾਰ ਬਲੀਆਂ ਚੱਲ ਰਿਹਾ ਹੈ। ਜਿਵੇਂ ਕਿ ਕੱਲ ਬਾਬਾ ਜੀ ਨੇ ਕਿਸਾਨਾਂ ਦੇ ਹਾਲਾਤ ਨਾ ਦੇਖ ਕੇ ਖੁਦਕੁਸ਼ੀ ਕਰ ਲਈ, ਅੱਜ ਇੱਥੇ ਬਠਿੰਡਾ ਦਾ ਕਿਸਾਨ ਠੰਡ ਦੀ ਮਾਰ ਹੇਠ ਸਵੇਰੇ 4 ਵਜੇ ਦਮ ਤੋੜ ਗਿਆ, ਪਰ ਫਰਕ ਕੋਈ ਨਹੀਂ ਪੈ ਰਿਹਾ। ਇਹ ਤਾਂ ਉਹਨਾਂ ਸਰਕਾਰਾਂ ਨੂੰ, ਜੇ ਤੁਸੀਂ ਸਵਾਲ ਪੁੱਛੋ ਬਹੁਤ ਵਧੀਆ ਵੀ ਕੀ ਤੁਸੀਂ ਇਹਨਾਂ ਨੂੰ ਬੰਦੇ ਸਮਝਦੇ ਹੋ ਜੋ ਸੜਕਾਂ ਤੇ ਪਏ ਆ, ਜੋ ਠੰਡੀਆਂ ਰਾਤਾਂ ਕੱਟਦੇ ਆ ਬੱਚਿਆਂ ਸਮੇਤ ਇੱਥੇ ਆਏ ਹੋਏ ਲੱਖਾਂ ਦੀ ਗਿਣਤੀ ਦੇ ਵਿੱਚ? ਕੀ ਤੁਸੀਂ ਭਾਰਤ ਦੇ ਸ਼ਹਿਰੀ ਮੰਨਦੇ ਹੋ ਇਹਨਾਂ ਨੂੰ? ਕੀ ਇਹਨਾਂ ਨੂੰ ਇਹ ਕਹਿਣ ਦਾ ਅਧਿਕਾਰ ਇਹ ਜੁਰਮ ਹੈ? ਕੀ ਸੱਚਮੁੱਚ ਹੀ ਇਹ ਨਕਸਲਵਾੜੀ ਤੇ ਖਾਲਿਸਤਾਨੀ ਨੇ? ਕੀ ਸੱਚਮੁੱਚ ਇਹ ਪਾਕਿਸਤਾਨ ਦੇ ਭੇਜੇ ਹੋਏ ਨੇ? ਕੀ ਸੱਚਮੁੱਚ ਇਹ ਦੂਜੇ ਦੇਸ਼ ਦੇ ਸ਼ਹਿਰੀ ਨੇ? ਇਹਨਾਂ ਨਾਲ ਵਰਤਾਇਆ ਕਿਹੋ ਜਿਹਾ ਕੀਤਾ ਜਾ ਰਿਹਾ? ਕੀ ਮੰਨਿਆ ਜਾ ਰਿਹਾ ਇਹ ਗੱਲ ਜਿਹੜੀ ਚੀਜ਼ ਤੁਸੀਂ ਮਹਿਸੂਸ ਕਰਦੇ ਹੋ? ਕੀ ਇਹ ਸਰਕਾਰ ਦੇ ਕੋਠੀਆਂ 'ਚ ਬੈਠੇ ਵਜ਼ੀਰ ਇਹ ਮਹਿਸੂਸ ਕਰਦੇ ਨੇ ਵੀ ਇਹ ਪੰਜਾਬ ਦੇ ਲੋਕ, ਇਸ ਪੰਜਾਬ ਦੀ ਧਰਤੀ ਦੇ ਹਰਿਆਣੇ ਦੇ ਲੋਕ, ਮੱਧ ਪ੍ਰਦੇਸ਼, ਯੂਪੀ ਤੇ ਉੱਤਰਾਖੰਡ ਤੋਂ ਚੱਲ ਕੇ ਏਡੀ ਦੂਰੋਂ ਵੱਖ-ਵੱਖ ਲੋਕ ਸਟੇਟਾਂ ਦੇ ਚੱਲੇ ਹੋਏ ਲੋਕ ਸੜਕਾਂ 'ਤੇ ਰਾਤ ਨੂੰ ਪੈਂਦੇ ਨੇ ਠੰਡੀਆਂ ਰਾਤਾਂ ਦੇ ਵਿੱਚ? ਉਹਨਾਂ ਨੂੰ ਕੋਈ ਚਾਅ ਹੈ? ਇਹ ਪਿਕਨਿਕ ਕਰਨ ਆਏ ਹੋਏ ਨੇ? ਇਹ ਸਵਾਲ ਤਾਂ ਜੇ ਚੰਗਾ ਜੀ ਤੁਸੀਂ ਉਹਨਾਂ ਤੋਂ ਪੁੱਛੋ। ਜੇ ਉਦੋਂ ਕਹਾਂ ਕਹਿਣਾ, ਦੇਖੋ ਇਹ ਇੱਕ ਮਿੰਟ ਜੀ ਬੜਾ ਮੈਂ ਵਿੱਚ ਦਖਲ ਦੇਣ ਲੱਗਿਆ ਸੀ। ਇਹ 90 ਤੋਂ ਨੀਤੀਆਂ ਸ਼ੁਰੂ ਹੋਈਆਂ, 90 ਦੀ ਨੀਤੀਆਂ ਦਾ ਇੰਨਾ ਅਸਰ ਹੈ, ਵੱਡੀ ਪੱਧਰ ਤੇ ਖੁਦਕੁਸ਼ੀਆਂ ਹੋਣ ਲੱਗ ਗਈਆਂ। ਫਿਰ ਜੇ ਉਹਨਾਂ ਨੂੰ ਪਤਾ ਸੀ ਉਹਨਾਂ ਨੀਤੀਆਂ ਦਾ ਇੰਨਾ ਮਾੜਾ ਅਸਰ ਹੋ ਗਿਆ, ਕਿਸਾਨਾਂ ਮਜ਼ਦੂਰਾਂ ਦੇ ਘਰੇ 70 ਵੀ ਸੀਗੇ, ਇਹਨਾਂ ਦੇ ਅੰਕੜੇ ਲੱਖਾਂ ਦੀ ਗਿਣਤੀ ਕਹਿੰਦੇ ਜਿਹੜੇ ਸਰਕਾਰੀ ਤੌਰ ਤੇ ਹੈ, ਉਦੋਂ ਕਈ ਗੁਣਾ ਵੱਧ ਖੁਦਕੁਸ਼ੀਆਂ। ਇਸ ਕਰਕੇ ਤਾਂ ਉਹਨੂੰ ਰਾਹ ਬੰਦ ਕਰਨਾ ਚਾਹੀਦਾ ਸੀਗਾ ਜੇ ਲੋਕਾਂ ਨਾਲ ਕੋਈ ਵੀ ਹਮਦਰਦੀ ਹੁੰਦੀ। ਇਸ ਕਰਕੇ ਜਿਹੜਾ ਕੋਈ ਸਰਕਾਰਾਂ ਤੇ ਜਾਂਦੇ ਆ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਹਮਦਰਦੀ ਹੈ, ਲੋਕਾਂ ਦੀ ਹਮਦਰਦੀ ਨਹੀਂ। ਹੁਣ 47 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ, ਇੱਕ ਸਿਮਰਤੀ ਰਾਣੀ ਦਾ ਬਿਆਨ ਆ ਰਿਹਾ ਕਿ 40 ਲੱਖ ਕਿਸਾਨਾਂ ਨੂੰ ਅਸੀਂ 6-6000 ਰੁਪਇਆ ਭੇਜਿਆ ਉਹਨਾਂ ਦੇ ਅਕਾਊਂਟ ਵਿੱਚ, ਤੇ 90 ਲੱਖ ਕਿਸਾਨ ਇਸ ਵੇਲੇ ਕੰਮ ਖੇਤਾਂ 'ਚ ਕਰ ਰਿਹਾ ਆਪਣੇ ਘਰਾਂ 'ਚ ਬੈਠਾ। ਇਹ ਜਿੰਨੇ ਵੀ ਇੱਥੇ 1 ਲੱਖ 2 ਲੱਖ ਕਿਸਾਨ ਆਣ ਕੇ ਬੈਠੇ ਆ, ਇਹ ਕਾਂਗਰਸ ਦੇ ਸਪਾਂਸਰਡ ਜਿਹੜੇ ਉਹ ਤੋਂ ਭੇਜੇ ਹੋਏ ਆ, ਉਹ ਕਿਸਾਨ ਬੈਠੇ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਤਾਂ ਇੱਕ ਤਾਂ ਉਹਨਾਂ ਨੂੰ ਫੈਸਲਾ ਕਰਨਾ ਵੀ ਹੈ ਕੀ ਨੇ। ਉਹ ਬਹੁਤ ਕੁਝ ਕਹਿੰਦੇ ਨੇ, ਨਕਸਲੀ ਕਹਿੰਦੇ ਨੇ, ਖੱਬੇ ਪੱਖੀਏ ਕਹਿੰਦੇ ਨੇ, ਵਿਰੋਧੀ ਧਿਰ ਦੇ ਉਸਕਾਏ ਕਹਿੰਦੇ ਨੇ, ਖਾਲਿਸਤਾਨੀ ਕਹਿੰਦੇ ਨੇ, ਵਿਚੋਲੀਆਂ ਵਾਲੇ ਕਹਿੰਦੇ ਨੇ। ਹੁਣ ਉਹਨਾਂ ਨੂੰ ਪੱਕਾ ਸਪਸ਼ਟਤਾ ਕਰਨਾ ਹੈ ਕੀ ਨੇ, ਤਾਂ ਫਿਰ ਅਸੀਂ ਉਹਦੇ ਹਿਸਾਬ ਨਾਲ ਜਵਾਬ ਦੇਵਾਂਗੇ ਹੈ ਕੀ ਹੈ। ਤਾਂ ਇਹ ਤਾਂ ਰਾਜਨੀਤੀ ਵਿੱਚ ਅੰਦੋਲਨ ਨੂੰ ਬਦਨਾਮ ਕਰਨ ਲਈ ਜੋ ਕੁਛ ਨਾ ਕੁਛ ਲਗਾਤਾਰ ਸਯੋਜਕ ਤੇ ਭਾਜਪਾ ਦੀ ਇੱਕ ਨੀਤੀ ਰਹੀ ਆ, ਲਗਾਤਾਰ ਉਹ ਇਹ ਅਟੈਕ ਕਰਦੀ ਰਹੀ ਅੰਦੋਲਨ ਤੇ ਇਹ ਨੀਤੀ ਤਹਿਤ ਹੀ ਬਿਆਨ ਆ ਰਹੇ ਨੇ। ਤਾਂ ਜਿਹੜਾ ਉਹ ਕਹਿੰਦੇ ਨੇ ਅਸੀਂ ਇੰਨੇ ਪੈਸੇ ਪਾਉਣੇ, ਇਹ ਵੀ ਪਿਛਲੇ 2-3 ਸਾਲਾਂ ਤੋਂ ਚੱਲਦਾ ਆ ਰਿਹਾ ਵਾ। ਤਾਂ ਉਹ ਸਿਰਫ ਅੰਦੋਲਨ ਦਾ ਧਿਆਨ ਜਿਹੜਾ ਪ੍ਰਚਾਰ ਮਾਧਿਅਮਾਂ 'ਚ ਕਨਵਰਟ ਦੂਜੇ ਬੰਨੇ ਕਰ ਲਈ, ਇਹ ਚੀਜ਼ਾਂ ਕਹਿੰਦੇ ਰਹਿੰਦੇ ਨੇ, ਇਹਦਾ ਕੋਈ ਅਰਥ ਨਹੀਂ ਹੈ। ਮੈਂ ਰਾਜ ਸਾਹਿਬ, ਜਿਸ ਤਰ੍ਹਾਂ ਉਸ ਦਿਨ ਅਮਿਤ ਸ਼ਾਹ ਜੀ ਨੇ ਮੀਟਿੰਗ ਸੱਦੀ ਤੇ ਤੁਹਾਡੀ ਜਥੇਬੰਦੀ ਨੂੰ ਉਸ ਵਿੱਚ ਸੱਦਾ ਨਹੀਂ ਭੇਜਿਆ, ਕੋਈ ਇੱਦਾਂ ਦਾ ਆਪਾਂ ਜਥੇਬੰਦੀਆਂ ਨਾਲ ਰਲ ਕੇ ਕੋਈ ਪਲੇਟਫਾਰਮ ਤਿਆਰ ਕੀਤਾ ਕਿ ਪਤਾ ਲੱਗ ਜਾਵੇ ਵੀ ਇਹ ਸਾਰੇ ਜਥੇਬੰਦੀਆਂ ਨੂੰ ਸੁਨੇਹਾ ਆ ਚੁੱਕਾ, ਤਾਂ ਕਿ ਕੋਈ ਪਾਟੋ ਧਾੜ ਵਾਲਾ ਜਿਹੜਾ ਮਾਹੌਲ ਇੱਦਾਂ ਦਾ ਨਾ ਬਣੇ? ਸਾਡਾ ਤਾਲਮੇਲ ਹੈ ਉਹਨਾਂ ਨਾਲ। ਜੇ ਕਿਤੇ ਮਾੜੇ ਮੋਟੇ ਫਰਕ ਰਹਿ ਜਾਂਦੇ, ਕਈ ਵਾਰੀ ਅੰਦਰਲੇ ਮਸਲੇ ਹੈ ਵਿਚਾਰ ਲੈਂਦੇ ਹੁੰਦੇ ਅਸੀਂ, ਉਹਨਾਂ ਨਾਲ ਸਾਡਾ ਤਾਲਮੇਲ ਰਹਿੰਦੇ ਹਾਂ, ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਦਾ। ਜੇ ਕੋਈ ਇਸ ਕਿਸਮ ਦੀ ਗੱਲ ਹੁੰਦੀ ਹੈ, ਜਿਵੇਂ ਸਾਨੂੰ ਵੀ ਪਹਿਲਾਂ ਅਮਿਤ ਸ਼ਾਹ ਦਾ ਫੋਨ ਆਇਆ, ਅਸੀਂ ਆਪਣੀ ਜਥੇਬੰਦੀ 'ਚ ਵਿਚਾਰਿਆ, ਉਹਨਾਂ ਨੂੰ ਵੀ ਦੱਸਿਆ। ਉਹ ਕੋਈ ਨਹੀਂ, ਗੱਲ ਇਹ ਜਿਹੀ ਹੋ ਜਾਂਦੀ ਹੈ, ਕੋਈ ਫਰਕ ਵਾਲੀ ਗੱਲ ਹੈ ਨਹੀਂ। ਅਸੀਂ ਜਾਨੀ ਇਕੱਠੇ ਹਾਂ, ਸਾਰੇ ਇੱਕ ਆਵਾਜ਼ ਹੈ, ਸਾਰੇ ਲੜ ਰਹੇ ਹਾਂ ਆਪਣੇ ਤਰੀਕੇ ਨਾਲ। ਮੋਰਚੇ ਮੱਲੇ ਹੋਏ ਨੇ, ਸਾਰੇ ਦਿੱਲੀ 'ਚ ਆਏ ਹੋਏ ਨੇ, ਕਾਨੂੰਨਾਂ ਦੇ ਖਿਲਾਫ ਆਏ ਹੋਏ ਨੇ, ਅਤੇ ਕੋਈ ਗੱਲ ਨਹੀਂ। ਇਹ
ਕੋਈ ਫਰਕ ਮਾੜੇ ਤਾਂ ਮੋਟੇ ਜਿਹੜੀ ਅੱਜ ਦੀ ਪ੍ਰੈਸ ਕਰਨ ਦਾ ਜਿਹੜਾ ਖਾਸ ਤੁਹਾਡਾ ਮਕਸਦ ਸੀ, ਹੁਣ ਮਤਲਬ ਕਿ ਤੁਹਾਡੀਆਂ ਆਪਸ ਦੇ ਵਿੱਚ ਦੋਨੋਂ ਪਾਸੇ ਜਿਹੜੀਆਂ ਸਟੇਜਾਂ ਸਾਂਝੀਆਂ ਹੋਣਗੀਆਂ ਕਿ ਸਾਡਾ ਪਹਿਲਾਂ ਵੀ ਬਿਹਤਰ ਤਾਲਮੇਲ ਹੈ। ਅਸੀਂ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਹਾਂ ਦੂਜਿਆਂ ਨਾਲ, ਉਹ ਦੂਜਿਆਂ ਨਾਲ ਵੀ ਤਾਲਮੇਲ ਚੱਲ ਰਿਹਾ ਸਾਡਾ ਆਪਸ ਵਿੱਚ। ਬਿਹਤਰ ਤਾਲਮੇਲ ਦੀ ਖਾਤਰ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਆਪਦਾ ਇੱਕ ਦੂਜੇ ਨਾਲ। ਅਸੀਂ ਤੇ ਸਰਦਾਰ ਜੋਗਿੰਦਰ ਸਿੰਘ ਅਗਰਾਹਾਂ ਨੂੰ ਸਿੰਘੂ ਬਾਰਡਰ ਵਾਲੀ ਸਟੇਜ ਤੇ ਕਦੋਂ ਦੇਖਾਂਗੇ? ਦੇਖੋ ਜਿਹੜੀ ਆ ਗੱਲ ਕੋਈ ਆ ਜਾਂਦੀ ਹੈ ਨਾ ਵੀ ਕੌਣ ਕਿਹੜੀ ਸਟੇਜ ਤੇ ਹੈ, ਸਾਡੀਆਂ ਇੱਥੇ ਇਕੱਲੀਆਂ ਗਰਾਹਾਂ ਵਾਲੇ ਦੀਆਂ 7 ਸਟੇਜਾਂ ਲੱਗਦੀਆਂ ਜੀ। ਇਹਦਾ ਮਤਲਬ ਗਰਾਹਾਂ ਵਾਲੀ ਜਥੇਬੰਦੀ 7 ਤੇ ਹੋ ਗਈ। ਜੇ ਹੁਣ ਵੀ ਅਸੀਂ ਇੱਥੇ ਬੈਠੇ ਹਾਂ ਸਾਰੀਆਂ ਜਥੇਬੰਦੀਆਂ, ਜੇ ਪੰਜਾਬ 'ਚ ਕਹਿਣਾ ਹੋਵੇ ਸੈਂਕੜੇ ਥਾਂ ਬੈਠੀਆਂ, ਇੱਕ ਇੱਕ ਜਥੇਬੰਦੀ ਅਸੀਂ ਪੰਜਾਬ 'ਚ 42 ਥਾਂ ਤੇ ਬੈਠੇ ਹਾਂ। ਇਹਦਾ ਮਤਲਬ ਕਿ ਅਸੀਂ ਪੰਜਾਬ 'ਚ 42 ਥਾਂ ਹੀ ਹੋ ਗਏ, ਜਾਂ ਸਾਰੀਆਂ ਰਲ ਕੇ 100-200 ਤੇ ਬੈਠੀਆਂ ਕਿ ਸਾਰੀਆਂ ਜਥੇਬੰਦੀਆਂ ਐਂ ਪੜ ਕੇ 100-200 ਤੇ ਹੋ ਗਈਆਂ। ਜਾਣੀ ਕੋਈ ਭੁੱਲ ਜਿਹੜਾ ਅੰਦੋਲਨ 'ਚ ਕਿਵੇਂ ਚੱਲਦਾ ਹੈ, ਇੱਕ ਸਟੇਜ ਤੇ ਸਾਰਿਆਂ ਦੀ ਜੇ ਕਹੇ ਵੀ ਇੱਕ ਸਟੇਜ ਸਾਂਝੀ ਲੱਗ ਜੂ, ਇਹ ਉਵੇਂ ਸੰਭਵ ਹੈ ਨਹੀਂ। ਨਹੀਂ, ਮੈਂ ਕਹਿੰਦਾ ਤੁਹਾਡੇ ਸਵਾਲ ਦਾ ਕੱਲ੍ਹ ਨੂੰ ਤੁਸੀਂ ਮੈਨੂੰ ਜੇ ਦੇਖਣਾ ਚਾਹੁੰਦਾ ਤਾਂ ਮਤਲਬ ਕੁੰਡਲੀ ਤੇ ਦੇਖ ਦਿਓ ਭਾਜੀ ਹੋਰਾਂ ਦੀ ਸਟੇਜ ਤੇ, ਉੱਥੇ ਮੈਂ ਦੇਖੂੰਗਾ ਤੁਹਾਨੂੰ। ਠੀਕ, ਕਿਉਂਕਿ ਕੱਲ੍ਹ ਨੂੰ ਸਾਡੀ ਪ੍ਰੈਸ ਕਾਨਫਰੰਸ ਹੈ ਉੱਥੇ। ਠੀਕ ਹੈ। ਅਸੀਂ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਾਵਾਂਗੇ, ਟਾਈਮ ਕੱਢ ਕੇ ਜਾਵਾਂਗੇ। ਇਹਨਾਂ ਦੀ ਸਟੇਜ ਤੇ ਅਸੀਂ ਜ਼ਰੂਰ ਬੋਲਾਂਗੇ। ਜੇ ਤੁਸੀਂ ਵੱਖਰਾ ਕੁਝ ਦੇਖਣਾ ਚਾਹੁੰਦੇ ਹੋ ਉਹ ਦਿਖਾ ਦਾਂਗੇ। ਨਹੀਂ, ਪਰ ਫਿਰ ਇਹ ਵੀ ਟਾਈਮ ਸਵਾਲ ਨਿਸ਼ਚਿਤ ਹੋਇਆ ਹੈ ਸਰ, ਉਗਰਾਹਾਂ ਕੱਲ੍ਹ ਦਾ ਸਾਹਿਬ, ਟਾਈਮ ਸਿੰਘੂ ਵਾਲੀ ਸਟੇਜ ਤੋਂ ਵੀ ਬਚਾਅ ਕਰ ਰਿਹਾ ਫਿਰ ਉੱਥੇ ਸਿੰਘੂ ਵਾਲੀ- ਕੋਈ ਮੋਰਲ ਤੁਹਾਡਾ ਉੱਥੇ ਦੇਖੋ ਜਿਹੜੀ ਸਿੰਘੂ ਵਾਲੀ ਸਟੇਜ ਹੈ, ਅਸੀਂ ਅਜੇ ਤੱਕ ਮਤਲਬ ਉਹਨਾਂ ਨਾਲ ਕਦੇ ਨਾ ਉਹਨਾਂ ਮੰਗ ਕੀਤੀ ਹੈ, ਨਾ ਅਸੀਂ ਕਦੇ ਜਬਰੀ ਜਾਣ ਦੀ ਕੋਸ਼ਿਸ਼ ਕੀਤੀ। ਜੇ ਉਹ ਮੰਗ ਕਰਦੇ ਆ ਵੀ ਤੁਸੀਂ ਸਾਡੀ ਸਟੇਜ ਤੋਂ ਬੋਲੋ, ਫਿਰ ਤਾਂ ਵਿਚਾਰੀ ਜਾ ਸਕਦੀ ਹੈ। ਹੁਣ ਤੁਸੀਂ ਸਾਨੂੰ ਬੁਲਾਉਂਦੇ ਤਾਂ ਹੈ ਨਹੀਂ, ਠੀਕ ਹੈ। ਮਤਲਬ ਇਹ ਵੀ ਉਹਨਾਂ ਨੇ ਮੰਗ ਨਹੀਂ ਕੀਤੀ। ਇਹ ਨਹੀਂ ਵੀ ਉਹਨਾਂ ਦੀਆਂ ਭਾਵਨਾਵਾਂ 'ਚ ਕੋਈ ਫਰਕ ਹੋਊਗਾ, ਸਾਨੂੰ ਨਹੀਂ ਸ਼ੱਕ ਹੈ ਲੱਗਦਾ। ਉਹਨਾਂ ਦੇ ਜਥੇਬੰਦੀਆਂ ਦੇ ਵਿੱਚ ਪਹਿਲੀ ਉਹਨਾਂ ਦੀ ਗਿਣਤੀ ਵੱਡੀ ਹੈ, ਉਹਨਾਂ ਕੋਲ ਟਾਈਮ ਟੂ ਦੀ ਸਮੱਸਿਆ ਹੋ ਸਕਦੀ ਹੈ, ਕੋਈ ਮਜਬੂਰੀ ਹੋਰ ਹੋ ਸਕਦੀ ਹੈ। ਉਹ ਸਾਡਾ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਦਾ ਰੁਝਾਨ ਚੱਲ ਰਿਹਾ ਚਾਰੇ ਪਾਸੋਂ। ਇੱਧਰ ਭਾਜੀ ਹੋਰਾਂ ਦਾ ਵੀ ਚਲਾਇਆ ਹੋਇਆ, ਸਾਡਾ ਆਪਸ ਵਿੱਚ ਵੀ ਚੱਲਦਾ। ਸਾਰੇ ਪਾਸੇ ਅਸੀਂ ਇਹ ਤਾਲਮੇਲ ਤਾਂ ਬਣਾਉਣਾ ਚਾਹੁੰਦੇ ਹਾਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਵਖਰੇਵੇਂ ਵਾਲੀ ਗੱਲ ਨਾ ਦਿਖੇ। ਉਹ ਚੋਟ ਨਿਸ਼ਾਨੇ ਤੇ ਵੱਜੇ, ਸਾਰੇ ਕਾਨੂੰਨਾਂ ਦਾ ਰਲ ਕੇ ਵਿਰੋਧ ਕਰੀਏ। ਇਹਦੇ ਤੇ ਸਾਰੀ ਇਕਜੁੱਟਤਾ ਸਾਡੀ ਹੈਗੀ ਹੈ, ਜਿਹੜੀ ਘੱਟੋ ਘੱਟ ਪ੍ਰੋਗਰਾਮ ਤੇ ਸਹਿਮਤੀ ਸਾਡੀ ਹੈਗੀ ਹੈ। ਬਾਕੀ ਛੋਟੀਆਂ ਮੋਟੀਆਂ ਗੱਲਾਂ ਤਾਲਮੇਲ ਚੱਲਦਾ ਸਾਡਾ। ਜਿਹੜੇ ਲੋਕੀ ਹੁਣ ਤੱਕ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਇਸ ਧਰਨੇ 'ਚ, ਰਸਤਿਆਂ 'ਚ ਕਈ ਐਕਸੀਡੈਂਟ ਦੇ ਵਿੱਚ ਗੁਜ਼ਰ ਗਏ, ਉਹਨਾਂ ਦੇ ਲਈ ਤੁਸੀਂ ਸਰਕਾਰ ਤੋਂ ਕੀ ਮੰਗ ਰੱਖੀ ਹੈ? ਜਿਹੜੀ ਤੁਸੀਂ ਵੀ ਖੁਦ ਸਿੰਘੂ ਤੋਂ ਡੋਨੇਸ਼ਨ ਵੀ ਕਾਫੀ ਇਕੱਠੀ ਹੋ ਰਹੀ ਹੈ, ਉਹਦੇ ਵਿੱਚੋਂ ਵੀ ਕੁਝ ਲੋਕ ਕਹਿ ਰਹੇ ਸੀ ਵੀ ਅਸੀਂ ਉਹ ਡੋਨੇਸ਼ਨ ਹੈ ਜਿਹੜੀ ਹਿਸਾਬ ਨਾਲ ਫਿਰ ਉਹਨਾਂ ਸ਼ਹੀਦ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਦੇਵਾਂਗੇ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਸੰਬੰਧੀ? ਦੇਖੋ, ਸਾਡਾ ਹੁਣ ਤੱਕ ਸਾਡੀ ਜਥੇਬੰਦੀ ਦਾ ਜਿਹਾ ਜਿਹਾ ਸਾਡਾ ਦਾਇਰਾ ਘੇਰਾ ਜਿੱਡਾ ਕਿ ਸਾਡਾ ਕੱਦ ਬੁੱਤ। ਸਿੰਘੂ ਵਾਲੇ ਕੀ ਉਹਨਾਂ ਨੇ ਬਣਾਈ ਹੈ ਪਲਾਨ, ਇਹ ਉਹਨਾਂ ਦੀ ਪਲਾਨ ਬਣਾਈ ਹੋ, ਕਿਉਂਕਿ ਉਹ ਸਟੇਜ ਦਾ 30-31 ਜਥੇਬੰਦੀਆਂ ਦੀ ਸਟੇਜ ਹੈ। ਉੱਥੇ ਮਦਦ ਦਾ ਜਾਂ ਪੈਸੇ ਦਾ ਕਿਹੋ ਜਿਹਾ ਹਿਸਾਬ ਕਿਤਾਬ ਹੈ ਸਾਨੂੰ ਨਹੀਂ ਪਤਾ। ਅਸੀਂ ਤਾਂ ਜੋ ਵੀ ਕੰਪੋਜੀਸ਼ਨ ਲੈਂਦੇ ਹਾਂ ਸਰਕਾਰ ਕੋਲ ਲੈਂਦੇ ਹਾਂ, ਪਹਿਲਾਂ ਕਿ ਲੈਂਦੇ ਹਾਂ, ਲੜ ਕੇ ਲੈਂਦੇ ਹਾਂ। ਹੁਣ ਤੱਕ ਅਸੀਂ ਤਕਰੀਬਨ 10-10 ਲੱਖ ਰੁਪਇਆ ਲੈਂਦੇ ਰਹੇ ਹਾਂ। ਉਹਨਾਂ ਜੇ ਕਿ ਨਹੀਂ ਮਤਲਬ ਉਹਨਾਂ ਨੂੰ ਸਰਕਾਰ ਦੇ ਦਿੱਤਾ ਅੜ ਕੇ ਵੀ ਲੈਂਦੇ ਰਹੇ ਹਾਂ। ਜਾਣੀ ਅਸੀਂ ਤਾਂ ਸਰਕਾਰ ਤੋਂ ਜੋ ਕੁਛ ਰਿਆਇਤ ਲੈਣੀ ਹੈ ਉਹ ਸਰਕਾਰ ਤੋਂ ਹੀ ਲੈਣੀ ਹੈ। ਸਾਡੇ ਕੋਲ ਆਪਦੇ ਕੋਲ ਤਾਂ ਇਹੋ ਜਿਹਾ ਬਜਟ ਨਹੀਂ ਹੈ ਜਿਹੜੀ ਅਸੀਂ ਜਥੇਬੰਦੀਆਂ ਵਾਲੇ ਕਿਸੇ ਪਰਿਵਾਰ ਦੀ ਮਦਦ ਕਰ ਦਈਏ। ਉਹ ਸਾਨੂੰ ਆਫਰਾਂ ਆਉਂਦੀਆਂ ਨੇ, ਕੋਈ NRI ਵੀ ਕਰ ਦਿੰਦਾ ਮਦਦ, ਕੋਈ ਆਪਣਾ GNO ਵਾਲੇ ਵੀ ਮਦਦ ਕਰ ਦਿੰਦੇ ਨੇ, ਜਾਂ ਕੋਈ ਭੈਣ ਭਰਾ ਕੋਈ ਕਲਾਕਾਰ ਹੈ ਐਸੇ ਉਹ ਪਰਿਵਾਰ ਦੀ ਮਦਦ ਕਰ ਆਉਂਦਾ। ਐਂ ਖੁੱਲ੍ਹੀ ਹੈ, ਜਿਹਦੀ ਮਰਜ਼ੀ ਤੁਹਾਡੇ 'ਚ ਵੀ ਕੋਈ ਜਾ ਕੇ ਮਦਦ ਕਰ ਸਕਦਾ, ਕਿਸੇ ਪਰਿਵਾਰ ਨਾਲ ਕਿਸੇ ਦੀ ਨੇੜਤਾ ਬਣ ਜੂਗੀ। ਉਹ ਇਸ ਤਰ੍ਹਾਂ ਦੀ ਸਰ ਉੱਧਰਲੇ ਤੇ ਇੱਧਰ ਦਾ ਜਿਹੜਾ ਕਾਫੀ ਡਿਫਰੈਂਸ ਹੈ। ਉੱਧਰ ਇੱਕ ਤਰੀਕੇ ਨਾਲ ਤਰ੍ਹਾਂ ਦੇ ਲੰਗਰ ਨੇ, ਅਲੱਗ ਕਿਸਮ ਦਾ ਮਾਹੌਲ ਹੈ, ਇੱਥੇ ਹੋਰ ਤਰੀਕੇ ਦਾ ਮਾਹੌਲ ਹੈ। ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਮੈਨੂੰ ਲੱਗਦਾ ਵੀ ਸਾਡੇ ਵਾਲੀ ਵੀ ਨਾਲ ਹੀ ਹੈ ਸਿੰਘੂ ਕੁੰਡਲੀ ਤੇ, ਸੇਮ ਟੂ ਸੇਮ ਮਾਹੌਲ ਆ। ਮੈਨੂੰ ਨਹੀਂ ਲੱਗਦਾ ਜਿਹੜੇ ਲੋਕ ਆ ਰਹੇ ਨੇ ਉਹਨਾਂ ਸਿੰਘੂ ਦਾ ਜੋ ਫਰਕ ਹੈ ਉਹ ਮੈਂ ਪੁੱਛ ਰਹੀ ਹਾਂ, ਮੈਨੂੰ ਨਹੀਂ ਲੱਗਦਾ ਕੋਈ ਫਰਕ ਲੋਕ ਸਮਝਦੇ ਨੇ। ਹਾਂ, ਇਹਦੀ ਦੂਰੀ ਜ਼ਰੂਰ ਦੂਰ ਆ, ਇੱਥੇ ਉੱਪੜਨਾ ਔਖਾ ਉਸਦਾ ਉਵੇਂ ਕੋਈ ਫਰਕ ਨਹੀਂ ਲੱਗਦਾ। ਜਿਹੜਾ ਕੋ ਹੁੰਦਾ ਖੁੱਲ੍ਹ ਦੇਲ ਕੇ ਉਹ ਨਹੀਂ ਵੇਖਦਾ ਵੀ ਉਹਨਾਂ ਨਾਵਾਂ ਦਾ ਵੀ ਨਹੀਂ ਪਤਾ ਵੀ ਐਨਾ ਹੁੰਦਾ ਵੀ ਕਿਹੜੇ ਆਉਂਦਾ, ਐਂ ਹੀ ਆਉਂਦੇ ਵੀ ਚਲੋ ਤੁਸੀਂ ਡਟੇ ਰਹੋ ਤੇ ਦੱਸੋ ਕੀ ਚਾਹੀਦਾ, ਮਤਲਬ ਐ ਨਹੀਂ ਹੈਗਾ। ਕਾਮਨ ਆਬਜ਼ਰਵ ਸਭ ਨੇ ਕੀਤਾ, ਉੱਥੇ ਤੁਸੀਂ ਦੇਖੋਗੇ ਤਰ੍ਹਾਂ ਦੇ ਲੰਗਰ ਨੇ। ਜਿਵੇਂ ਮਾਡਰਨ ਇੱਕ ਮੇਲੇ ਤਰੀਕੇ ਦੇ ਨਾਲ ਤੁਸੀਂ ਜਾਓਗੇ, ਯੂ ਫੀਲ ਲਾਈਕ ਇਟ ਇਜ਼ ਅ ਫੇਅਰ, ਇਟ ਡਜ਼ ਨਾਟ ਫੀਲ ਲਾਈਕ ਅ ਪ੍ਰੋਟੈਸਟ। ਇੱਥੇ ਤੁਸੀਂ ਆਓਗੇ, ਇਟ ਫੀਲਸ ਲਾਈਕ ਕਿ ਜ਼ਮੀਨ ਨਾਲ ਜੁੜੇ ਲੋਕ ਨੇ, ਤੁਹਾਨੂੰ
ਉਹ ਲੋਕ ਮਿਲਦੇ ਨੇ, ਉੱਥੇ ਉਹ ਜਿਹਾ ਮਾਹੌਲ ਨਹੀਂ ਹੈ ਕਿ ਉਹ ਲੱਗਦਾ ਕਿ ਉਹ ਜਿਹੜਾ ਹੈ ਉਹ ਇੱਕ ਮੇਲਾ ਬਣ ਕੇ ਰਹਿ ਗਿਆ ਸ਼ਾਇਦ। ਤੁਸੀਂ ਕਿਸੇ ਸੰਘਰਸ਼ ਨੂੰ ਮੇਲਾ ਕਹਿਣਾ ਇਹ ਸਾਨੂੰ ਲੱਗਦਾ ਵਾਲੀ ਗੱਲ ਹਾਂ ਠੀਕ ਨਹੀਂ ਹੈ, ਇਨਸਾਫ ਨਹੀਂ ਉਹਨਾਂ ਨਾਲ। ਸਾਰੇ ਲੋਕ ਸੰਘਰਸ਼ 'ਚ ਆਏ ਹੋਏ। ਸੰਘਰਸ਼ ਕਰਦਿਆਂ ਲੋੜਾਂ ਹੈ, ਦੇਖੋ ਲੰਗਰ ਦੀਆਂ ਵੀ ਲੋੜਾਂ ਹੈ, ਜੇ ਇੰਨੀ ਠੰਡ ਹੈ ਉਹਦੀ ਖਾਤਰ ਮਤਲਬ ਉਹ ਪਾਲੇ ਤੋਂ ਬਚਣ ਦੀਆਂ ਵੀ ਲੋੜਾਂ ਹੈਗੀਆਂ। ਕੌਣ ਕਿੱਥੇ ਕਿਹੜੇ ਲੰਗਰ ਤੇ ਕਿੱਥੇ ਕਰਦਾ ਜੀ? ਅਸੀਂ ਕਿਹੜਾ ਹਰਿਆਣਾ ਦੇ 3 ਲੰਗਰ ਲਾਏ ਹੋਏ ਆ। ਇੱਥੇ ਗਾਹਾਂ ਪਰਲੇ ਪਾਸੇ ਜਾਵੜੋ ਕੋਈ ਗੁਰਦੁਆਰੇ ਦਾ ਲੰਗਰ ਚੱਲੀ ਜਾਂਦਾ ਹੈ, ਜਿੰਨਾ ਇਹ ਲੰਮਾ ਹੋ ਗਿਆ ਉਹਦੇ ਆਪਦੇ ਲੰਗਰ ਵੀ ਚੱਲੀ ਜਾਂਦੇ ਆ। ਦੇਖੋ ਇਹ ਮਾਹੌਲ ਹੈ ਜਿਹੜਾ, ਇਹਨੂੰ ਮੇਲਾ ਕਹਿਣਾ ਇਹ ਇਹਦੇ ਨਾਲ ਇਨਸਾਫ ਨਹੀਂ ਹੈਗਾ। ਇਹ ਸੰਘਰਸ਼ੀ ਲੋਕ ਬੈਠੇ ਆ ਇੱਥੇ, ਜਿਹੜੀਆਂ ਲੋੜਾਂ ਹੈਗੀਆਂ ਆਪ ਵੀ ਪੂਰੀਆਂ ਕਰ ਰਹੇ ਤੇ ਸਾਰੇ ਲੋਕ ਵੱਡੀ ਪੱਧਰ ਤੇ ਕਹਿਣਾ ਦੇਸਾਂ ਵਿਦੇਸਾਂ ਤੋਂ ਲੋੜਾਂ ਪੂਰੀਆਂ ਕਰਨ ਵਾਸਤੇ ਆਏ ਹੋਏ ਆ ਲੋਕ। ਜਾਂ ਹੋ ਗਈ। ਇੱਕ ਆਪਣਾ ਸਾਡੀ ਬੇਨਤੀ ਹੈ ਵੀ ਕੱਲ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਸਾਡੀ 3 ਵਜੇ ਸਿੰਘੂ ਬਾਰਡਰ ਤੇ ਕੁੰਡਲੀ ਸਿੰਘੂ ਕੁੰਡਲੀ ਉੱਥੇ ਇਹਨਾਂ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੇ ਨੇੜੇ ਕਿਤੇ ਹੈਗੀ ਕਾਨਫਰੰਸ। ਬੇਨਤੀ ਕਰਦੇ ਹਾਂ ਵੀ ਤੁਸੀਂ ਉੱਥੇ ਜੀ ਦਰਸ਼ਨ। ਠੀਕ ਹੈ ਜੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।